हे प्राणनाथ गोविंद कृपा निधान जगत गुरु। हे संसार तापहरण करुणा मैं सब दुख हरो। हे शरण जोग दयाल दीनानाथ मया करो। शरीर स्वस्थ क्षीण समय सिमरंत नानक राम दमोदर माधव। निमाणे को प्रभ दितो मान मूढ़ मुगध होए। चतुर सुज्ञान निमाणे को प्रभ दितो मान मूढ़ मुगध होए। चतुर सुज्ञान ਨਿਮਾਣਿਆਂ ਨੂੰ ਮਾਣ ਬੇਸਮਝਾਂ ਨੂੰ ਸਮਝ ਸੂਝ ਬੂਝ ਮਨ ਦੇ ਹਨੇਰੇ ਨੂੰ ਦੂਰ ਕਰ ਅੰਧਕਾਰ ਕੱਢ ਕੇ ਨਿਰੰਕਾਰ ਦੇ ਮਾਰਗ ਤੇ ਲਾਉਣ ਵਾਲੇ ਸ਼ਬਦਾ ਅਵਤਾਰ ਸ਼ਬਦ ਗੁਰੂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੇ ਪਾਵਨ ਹਜ਼ੂਰੀ ਅੰਦਰ ਗੁਰੂ ਜਨ ਗੁਰੂ ਪਿਆਰਿਓ ਗੁਰੂ ਸਵਾਰਿਓ ਅਸੀਂ ਸਾਰੇ ਹੀ ਗੁਰੂ ਕੇ ਕੀਰਤਨੀਆਂ ਪਾਸੋਂ ਇਲਾਹੀ ਬਾਣੀ ਜੋ ਆਪਾਂ ਲੜੀਵਾਰ ਸ਼ਬਦ ਦੀ ਵਿਚਾਰ ਕਰਨੀ ਹੈ ਉਸੇ ਸ਼ਬਦ ਨੂੰ ਸਾਨੂੰ ਕੀਰਤਨ रूप विच गा के सुना रहे सन। जो उन्होंने शब्द गाविया है आओ इसनू विचारिए। मेरे साहब जी ने गाविया सुनिया हर का थाए पव है जिन सतगुर की आज्ञा सत सत कर मन। उन्हों दा गाया उन्हों दा सुनिया उन्हों दा सुनाया सफल हो जाता है ਜਿਹੜੇ ਗੁਰੂ ਦੀ ਆਗਿਆ ਗੁਰੂ ਦੀ ਰਜ਼ਾ ਤੇ ਗੁਰੂ ਦੇ ਭਾਣੇ ਵਿੱਚ ਆਉਂਦੇ ਨੇ। ਆਓ ਅੱਜ ਦੇ ਸ਼ਬਦ ਵਿੱਚ ਮੇਰੇ ਸਾਹਿਬ ਜੀ ਲੜੀਵਾਰ ਕੀ ਸਾਨੂੰ ਸਮਝਾਉਂਦੇ ਨੇ ਸਮਝਣ ਦਾ ਯਤਨ ਕਰੀਏ। ਇਹ ਤਾਂ ਹੀ ਸਮਝ ਵਿੱਚ ਆਵੇਗਾ ਸਾਡਾ ਧਿਆਨ ਜਿੱਥੇ ਤਨ ਹੈ ਮਨ ਦਾ ਟਿਕਾ ਬਣਾਈਏ। ਮਨ ਵਿੱਚ ਗੁਰੂ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰੋ ਸਾਡੀ ਸਮਝ ਦੇ ਵਿੱਚ ਤੁਹਾਡੀ ਰਮਝ ਆ ਜਾਵੇ। ਕਰੋ ਰਸਨਾ ਨੂੰ ਉਚਾਰਨ ਪਵਿੱਤਰ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। गौड़ी महला पंजवा ताका दर्श पाइया वड भागी जाकी राम नाम लिव लागी। जाकै हर वस्या मन माही ताको दुख सुपने भी नाही। जाकै हर वस्या मन माही
ਤਾਂ ਕਉ ਦੁਖ ਸੁਪਨੈ ਭੀ ਨਾਹੀ। ਹੁਣ ਦੁੱਖ ਕੀ ਹੈ, ਸੁਪਨਾ ਕੀ ਹੈ, ਤੇ ਮਨ ਮਾਹੀ ਦੇ ਵਿੱਚ ਵਸਣ ਦੇ ਲਈ ਮੇਰੇ ਪਾਤਸ਼ਾਹ ਜੀ ਕੀ ਕਹਿ ਰਹੇ ਨੇ, ਧਿਆਨ ਦੇਣਾ ਹੈ। ਜਾਂ ਕੈ ਆਖਰੀ ਅਰਥ ਇਹਦੇ ਨੇ, ਜਾਂ ਕੈ ਹਰ ਵਸਿਆ ਮਨ ਮਾਹੀ। ਜਿਸ ਮਨੁੱਖ ਦੇ ਮਨ ਦੇ ਵਿੱਚ ਉਹ ਰੱਬ ਵਸਦਾ ਹੁੰਦਾ, ਆਖਰੀ ਅਰਥ। ਤਾਂ ਕਉ ਦੁੱਖ ਸੁਪਨੈ ਭੀ ਨਾਹੀ। ਹੁਣ ਇਹ ਸਿੱਧੇ ਜਿਹੇ ਅਰਥ ਕਲੀਅਰ ਹੁੰਦੇ ਨੇ। ਸਿੱਧੇ ਜਿਹੇ ਅਰਥ ਆਪਾਂ ਆਖਰੀ ਅਰਥ ਵੇਖ ਲਏ। ਜਾਂ ਕੈ ਜਿਸ ਮਨੁੱਖ ਦੇ ਹਿਰਦੇ ਵਿੱਚ ਰੱਬ ਆਪ ਵਸ ਜਾਵੇ, ਮਨ ਦੇ ਅੰਦਰ, ਉਸ ਦੇ ਨੇੜੇ ਦੁੱਖ ਨਹੀਂ ਆ ਸਕਦਾ। ਹੁਣ ਇਹ ਪੁੱਛੀਏ ਵੀ ਸਤਿਗੁਰੂ ਮਨ ਵਿੱਚ ਵਸਦਾ ਕਿਵੇਂ ਹੈ? ਪੁੱਛਣਾ ਤੇ ਇਹ ਹੈ, ਗੱਲ ਤਾਂ ਇਹ ਸਮਝਣੀ ਪੈਣੀ ਹੈ ਵੀ ਮਨ 'ਚ ਵਸਦਾ ਕਿਵੇਂ ਹੈ। ਹੁਣ ਮਨ ਵਿੱਚ ਤੇ ਉਹ ਸਾਰਿਆਂ ਦੇ ਵਸਦਾ ਹੈ, ਪਰ ਦਿਸਦਾ ਕਿਵੇਂ ਹੈ? ਇਹ ਇਸ ਪਾਸੇ ਆਈਏ। ਕੋਈ ਥਾਂ ਵੀ ਐਵੇਂ ਜੀ ਨਹੀਂ ਹੈ ਜਿੱਥੇ ਉਹ ਰੱਬ ਵਸ ਨਹੀਂ ਰਿਹਾ। ਵਸਦਾ ਸਾਰੀਆਂ ਥਾਵਾਂ ਤੇ ਹੈ, ਪਰ ਦਿਸਦਾ ਨਹੀਂ ਹੈ। ਕਿਉਂ ਕਿ ਮੇਰੇ ਸਾਹਿਬ ਜੀ ਕਹਿੰਦੇ ਨੇ, ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਗੱਲ ਹੈ ਵਸਦਾ ਤੇ ਸਾਰੀਆਂ ਥਾਵਾਂ ਤੇ ਹੈ, ਪਰ ਦਿਸਦਾ ਨਹੀਂ ਹੈ। ਪ੍ਰੋਬਲਮ ਆ ਹੈ, ਜਿਹੜੀ ਆ ਪ੍ਰੋਬਲਮ ਹੈ ਨਾ ਦਿਸਣ ਵਾਲੀ, ਇਸ ਨੂੰ ਹੱਲ ਕਰਨਾ ਹੈ। ਇਸ ਗੱਲ ਨੂੰ ਅਸੀਂ ਸਮਝਣਾ ਹੈ। ਕੋਈ ਥਾਂ ਐਵੇਂ ਜੀ ਨਹੀਂ ਹੈ ਜਿੱਥੇ ਉਹ ਰੱਬ ਨਹੀਂ ਹੈ। ਅਸੀਂ ਆਮ ਕਹਿ ਦਿੰਦੇ ਹਾਂ ਕਿ ਉਹ ਕਣ ਕਣ ਜ਼ਰਾ ਜ਼ਰਾ ਦੇ ਵਿੱਚ ਸਮਾਇਆ ਹੋਇਆ, ਤੇ ਰੋਜ਼ ਸੋਹਿਲੇ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ, ਸਭ ਮੈਂ ਜੋਤ ਜੋਤ ਹੈ ਸੋਏ। ਤੇ ਸਾਰੇ ਰੋਜ਼ ਕਹੀ ਜਾਂਦੇ ਆ, ਖਾਲਿਕ ਖਲਕ ਖਲਕ ਮੈਂ ਖਾਲਿਕ, ਖਲਕ ਵਸੈ ਰੱਬ ਮਾਈ। ਖਲਕਤ ਪਰਮਾਤਮਾ ਵਿੱਚ ਵਸਦੀ ਹੈ, ਪਰਮਾਤਮਾ ਖਲਕਤ ਵਿੱਚ ਵਸਦਾ ਹੈ। ਰੱਬ ਵਿੱਚ ਖਲਕਤ ਵਸ ਰਹੀ ਹੈ ਤੇ ਖਲਕਤ ਵਿੱਚ ਰੱਬ ਵਸ ਰਿਹਾ ਹੈ। ਪਰ ਇੰਨੀ ਨੇੜਤਾ ਹੋਣ ਕਰਕੇ ਵੀ, ਇੰਨੀ ਨੇੜਤਾ ਹੋਣ ਨਾਲ ਵੀ ਫਿਰ ਨਾ ਦਿਸੇ ਤੇ ਫਿਰ ਕਮੀ ਕਿੱਥੇ ਹੈ ਜੀ? ਖਲਕਤ ਰੱਬ ਵਿੱਚ ਵਸਦੀ ਹੈ, ਰੱਬ ਖਲਕਤ ਵਿੱਚ ਵਸਦਾ ਹੈ, ਪਰ ਦਿਸਦਾ ਹੈ ਨਹੀਂ। ਧਿਆਨ ਦਿਆ ਜੀ। ਉਹ ਵੇਖੈ ਉਹ ਨਾ ਨਜ਼ਰ ਨਾ ਆਵੇ, ਕਹਿੰਦੇ ਆ ਨਾ, ਉਹ ਵੇਖੈ ਜਪਜੀ ਸਾਹਿਬ ਵਿੱਚ, ਉਹ ਵੇਖੈ ਉਹ ਨਾ ਨਜ਼ਰ ਨਾ ਆਵੇ। ਬਹੁਤਾ ਇਹ ਵਿਡਾਣ, ਵਿਡਾਣ ਮੀਨਸ ਹੈਰਾਨੀ ਵਾਲੀ ਗੱਲ ਹੈ, ਬੜੀ ਅਚਰਜ ਜੀ ਖੇਡ ਹੈ। ਪਰ ਉਹ ਤੇ ਸਾਨੂੰ ਸਾਰਿਆਂ ਨੂੰ ਵੇਖ ਰਿਹਾ ਹੈ, ਉਹ ਹਰ ਥਾਂ ਤੇ ਵੇਖ ਰਿਹਾ ਹੈ, ਪਰ ਅਸੀਂ ਉਸ ਨੂੰ ਨਹੀਂ ਵੇਖ ਰਹੇ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਇੱਥੇ ਕਿਹੜਾ ਕੋਈ ਵੇਖ ਰਿਹਾ। ਜਦੋਂ ਅਸੀਂ ਗੁਨਾਹ ਕਰਦੇ ਹਾਂ, ਕੋਈ ਪਾਪ ਕਰਮ ਕਰਦੇ ਹਾਂ, ਮਾੜਾ ਕਰਮ ਕਰਨ ਲੱਗਦੇ ਨੇ ਆ, ਫਿਰ ਅਸੀਂ ਖੱਬੇ ਸੱਜੇ ਵੇਖਦੇ ਹਾਂ, ਕੋਈ ਸਾਨੂੰ ਬੰਦਾ ਤੇ ਨਹੀਂ ਵੇਖ ਰਿਹਾ, ਕੋਈ ਸਾਨੂੰ ਮਨੁੱਖ ਵੇਖ ਤੇ ਨਹੀਂ ਰਿਹਾ। ਇਸ ਤੋਂ ਇਲਾਵਾ ਹੁਣ ਇੱਕ ਡਰ ਸਾਡੇ ਅੰਦਰ ਹੋਰ ਬਹਿ ਗਿਆ ਵੀ ਕਿਤੇ ਕੈਮਰਾ ਤੇ ਨਹੀਂ ਲੱਗਾ ਹੋਇਆ, ਕੋਈ ਕੈਮਰੇ ਤੇ ਨਹੀਂ ਲੱਗੇ ਹੋਏ, ਵੀ ਕੈਮਰਿਆਂ ਦੀ ਮਾਰ ਦੇ ਥੱਲੇ ਹੋਈਏ, ਵੀ ਕੈਮਰਾ ਹੀ ਸਾਨੂੰ ਵੇਖ ਰਿਹਾ ਹੋਵੇ। ਫਿਰ ਅਸੀਂ ਹੋਰ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਵੇਖਦੇ ਹਾਂ ਕਿ ਛੱਤ ਛੁੱਤ 'ਚ ਇੱਧਰ ਉੱਧਰ ਕੈਮਰਾ ਨਾ ਲੱਗਾ ਹੋਵੇ, ਵੀ ਜਿਹੜਾ ਅਸੀਂ ਕੈਮਰੇ ਦੀ ਮਾਰ ਵਿੱਚ ਆ ਰਹੇ ਹੋਈਏ, ਕੈਮਰੇ ਦੀ ਰੇਂਜ 'ਚ ਆਉਂਦੇ ਹੋਈਏ, ਕੈਮਰਾ ਸਾਨੂੰ ਵੇਖ ਰਿਹਾ ਹੋਵੇ। ਜਦੋਂ ਸਾਰਾ ਕੁਝ ਵੇਖ ਲੈਂਦੇ ਹਾਂ, ਕੈਮਰਾ ਵੀ ਨਹੀਂ ਵੇਖ ਰਿਹਾ, ਇੱਥੇ ਕੈਮਰਾ ਵੀ ਨਹੀਂ ਲੱਗਾ ਹੋਇਆ, ਇੱਥੇ ਸਾਨੂੰ ਕੋਈ ਮਨੁੱਖ ਵੀ ਨਹੀਂ ਵੇਖ ਰਿਹਾ, ਫਿਰ ਅਸੀਂ ਗੁਨਾਹ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਇਹ ਨਹੀਂ ਸੋਚਦੇ ਬਈ ਉਹ ਰੱਬ ਤੋਂ ਬਿਨਾਂ ਕੋਈ ਨਹੀਂ, ਨਾ ਜਗ੍ਹਾ ਹੀ ਨਹੀਂ ਹੈ। ਹਰ ਥਾਂ ਤੇ ਉਹ ਰੱਬ ਤੇ ਪਰਮਾਤਮਾ ਤੇ ਵੇਖ ਰਿਹਾ ਨਾ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ। ਖੱਬਾ ਵੇਖਿਆ, ਸੱਜਾ ਵੇਖਿਆ, ਇੱਧਰ ਉੱਧਰ ਅਸੀਂ ਵੇਖ ਲਿਆ ਹੈ, ਪਰ ਕਦੀ ਇਹ ਖਿਆਲ ਨਹੀਂ ਆਇਆ, ਰੱਬਾ ਪਰਮਾਤਮਾ ਤੇਰੇ ਤੋਂ ਬਿਨਾਂ ਤੇ ਨਹੀਂ ਨਾ, ਤੇਰੇ ਤੋਂ ਉੱਤੇ ਕੋਈ ਗੱਲ ਛਪਾਈ ਨਹੀਂ ਨਾ ਜਾ ਸਕਦੀ, ਤੂੰ ਤੇ ਸਾਨੂੰ ਵੇਖ ਹੀ ਰਿਹਾ। ਤੇਰੀ ਰੇਂਜ ਤੇ ਇਹੋ ਜੀ ਹੈ, ਜਿੱਥੇ ਮਰਜੀ ਗੁਫਾ ਵਿੱਚ ਜਾ ਕੇ ਲੁਕ ਕੇ ਵੀ ਕੋਈ ਗੁਨਾਹ ਕਰੀਏ, ਉੱਥੋਂ ਤੱਕ ਵੀ ਪਹੁੰਚ ਰਹੀ ਹੈ, ਤੂੰ ਵੇਖੀ ਜਾ ਰਿਹਾ ਹੈ। ਤੇ ਜਦੋਂ ਸਾਡੇ ਅੰਦਰ ਇਹ ਚੱਲ ਪਏਗੀ ਗੱਲ ਕਿ ਰੱਬ ਸਾਨੂੰ ਸਾਰੀਆਂ ਥਾਵਾਂ ਤੇ ਵੇਖਦਾ ਹੈ, ਸਿਰਫ ਅਸੀਂ ਉਸ ਨੂੰ ਵੇਖ ਨਹੀਂ ਪਾ ਰਹੇ, ਫਿਰ ਮਨੁੱਖ ਕੋਸ਼ਿਸ਼ ਕਰਦਾ ਹੈ
ਜਦੋਂ ਅਸੀਂ ਕੋਈ ਮੰਜ਼ਿਲ ਨੂੰ ਤੈਅ ਕਰਨਾ ਹੋਵੇ ਨਾ, ਕਿਧਰੇ ਜਾਣਾ ਹੋਵੇ ਨਾ, ਉਹਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਪਾਸੇ ਧਿਆਨ ਦਿੱਤਾ ਜਾਂਦਾ ਹੈ ਵੀ ਆਹ ਚੀਜ਼ ਨੂੰ ਮੈਂ ਹਾਸਲ ਕਰਨਾ ਹੈ। ਤੇ ਜਦੋਂ ਬੰਦੇ ਦਾ ਟਾਰਗੇਟ ਹੋਵੇ, ਕੋਈ ਏਮ ਬਣਾ ਕੇ ਲੱਗਾ ਰਵੇ, ਅੱਜ ਨਹੀਂ, ਕੱਲ ਨਹੀਂ, 10 ਦਿਨਾਂ ਬਾਅਦ ਨਹੀਂ, ਮਹੀਨਿਆਂ, 2 ਮਹੀਨਿਆਂ, ਸਾਲਾਂ ਬਾਅਦ ਕੋਈ ਤਾਂ ਸਮਾਂ ਆਉਂਦਾ ਹੈ ਜਦੋਂ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਏਮ ਹੋਣਾ ਚਾਹੀਦਾ, ਟਾਰਗੇਟ ਹੋਣਾ ਚਾਹੀਦਾ। ਦੁਨੀਆ ਦਾ ਕੋਈ ਕੰਮ ਇਹੋ ਜਿਹਾ ਨਹੀਂ ਮਨੁੱਖ ਨੂੰ ਜਿਹੜਾ ਉਹਨੂੰ ਸਫਲ ਨਾ ਕਰ ਸਕੇ, ਪਰ ਏਮ ਲੈ ਕੇ ਚੱਲਦਾ ਰਹੇ, ਟਾਰਗੇਟ ਬਣਾ ਕੇ ਚੱਲਦਾ ਰਹੇ, ਭਟਕੇ ਨਾ। ਹੁਣ ਕਹਿਣ ਤੋਂ ਭਾਵ ਹੈ ਰੱਬ ਤੇ ਸਾਰੀਆਂ ਥਾਵਾਂ ਤੇ ਹੈ ਪਰ ਦਿਸਦਾ ਨਹੀਂ। ਜੇ ਉਹਨੂੰ ਵੇਖਣਾ ਹੈ ਤੇ ਬੰਦਿਆ ਤੇਰਾ ਏਮ ਹੋਣਾ ਚਾਹੀਦਾ, ਤੇਰਾ ਟਾਰਗੇਟ ਹੋਣਾ ਚਾਹੀਦਾ ਕਿ ਮੈਂ ਉਸ ਨੂੰ ਵੇਖਣਾ ਹੈ, ਮੈਂ ਉਸ ਦਾ ਮਿਲਾਪ ਦਾ ਸੁੱਖ ਮਾਣਨਾ ਹੈ। ਤੇ ਜ਼ਰੂਰ ਸਮਾਂ ਆਏਗਾ ਤੂੰ ਉਸ ਨੂੰ ਵੇਖ ਲਏਗਾ, ਕਿਉਂਕਿ ਇਹਨਾਂ ਅੱਖਾਂ ਨਾਲ ਜਿਹੜਾ ਸੰਸਾਰ ਅਸੀਂ ਵੇਖ ਰਹੇ ਹਾਂ ਨਾ, ਇਹਨਾਂ ਅੱਖਾਂ ਨਾਲ ਸੰਸਾਰ ਵੇਖਿਆ ਜਾ ਸਕਦਾ, ਨਿਰੰਕਾਰ ਨਹੀਂ। ਨਿਰੰਕਾਰ ਜੇ ਵੇਖਣਾ ਹੈ ਤੇ ਉਹ ਸੁਰਤ ਰੂਪੀ ਅੱਖਾਂ ਖੋਲਣੀਆਂ ਨੇ, ਸੁਰਤ ਰੂਪੀ ਨੇਤਰ ਖੋਲਣਗੇ, ਉਹਨਾਂ ਦੇ ਨਾਲ ਨਿਰੰਕਾਰ ਨੂੰ ਵੇਖਿਆ ਜਾ ਸਕਦਾ ਹੈ। ਤੇ ਜਦੋਂ ਕੋਈ ਸੁੱਤਾ ਹੋਵੇ ਨਾ ਤੇ ਉਹਨੂੰ ਉਠਾਉਣਾ ਹੋਵੇ ਨਾ, ਵਾਰ-ਵਾਰ ਹਿਲਾਉਣਾ ਦੇਈਏ ਤੇ ਨਾ ਉੱਠੇ, ਤੇ ਸਾਡੇ ਬਜ਼ੁਰਗ ਮਾਤਾਵਾਂ ਜਿਹੜੀਆਂ ਸਨ ਨਾ, ਪਾਣੀ ਦਾ ਛੱਟਾ ਮੂੰਹ ਤੇ ਮਾਰ ਦਿੰਦੀਆਂ ਸੀ। ਪਾਣੀ ਦਾ ਛੱਟਾ ਮੂੰਹ ਤੇ ਮਾਰ ਦੇਣਾ ਤੇ ਅੱਖਾਂ ਖੁੱਲ ਜਾਂਦੀਆਂ ਸਨ। ਹੁਣ ਕਿਸੇ ਦੀਆਂ ਅੱਖਾਂ ਨਾ ਖੁੱਲਦੀਆਂ, ਹੁਣ ਨੀਂਦਰਾ ਅੱਲਾ ਬਹੁਤ ਹੋਵੇ ਤੇ ਉਹ ਜਾ ਕੇ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰੇ ਤੇ ਉਹਦੀਆਂ ਅੱਖਾਂ ਖੁੱਲ ਜਾਂਦੀਆਂ ਨੇ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਬੰਦਿਆ ਤੂੰ ਗੁਰੂ ਦੀ ਬਾਣੀ ਦੇ ਛੱਟੇ ਮਾਰ, ਗੁਰੂ ਦੇ ਸ਼ਬਦ ਦੇ ਛਿੱਟੇ ਮਾਰ, ਤੇਰੇ ਸੁਰਤ ਰੂਪੀ ਨੇਤਰ ਖੁੱਲ ਜਾਣ। ਤੇ ਜਦੋਂ ਸੁਰਤ ਰੂਪੀ ਨੇਤਰ ਖੁੱਲ ਗਏ, ਫਿਰ ਤੈਨੂੰ ਸਭ ਮੈਂ ਜੋਤ ਜੋਤ ਹੈ ਸੋਏ। ਫਿਰ ਕੋਈ ਥਾਂ ਤੈਨੂੰ ਐਵੇਂ ਜੀ ਨਹੀਂ ਲੱਗੇਗੀ, ਕੋਈ ਤੈਨੂੰ ਥਾਂ ਐਵੇਂ ਜਿਹਾ ਕੋਣਾ ਖਾਲੀ ਨਹੀਂ ਲੱਗੇਗਾ ਜਿੱਥੇ ਤੈਨੂੰ ਰੱਬ ਨਾ ਦਿਸਦਾ ਹੋਵੇ। ਫਿਰ ਤੇ ਤੈਨੂੰ ਸਾਰਿਆਂ ਵਿੱਚ ਰੱਬ ਦਿਸੇਗਾ, ਕਿਸੇ ਨੂੰ ਤੂੰ ਬੁਰਾ ਨਹੀਂ ਆਖੇਂਗਾ। ਤੇਰੇ ਅੰਦਰੋਂ ਉਹ ਆਵਾਜ਼ ਆਏਗੀ, ਹਮ ਨਹੀਂ ਚੰਗੇ। ਅਸੀਂ ਹਮੇਸ਼ਾ ਦੂਸਰਿਆਂ ਨੂੰ ਬੁਰਾ ਹੀ ਠਹਿਰਾਉਂਦੇ ਹਾਂ, ਆਪਣੇ ਆਪ ਨੂੰ ਚੰਗਾ ਅਖਵਾਉਂਦੇ ਹਾਂ ਵੀ ਮੈਂ ਚੰਗਾ ਵਾਂ, ਦੂਸਰਾ ਸਾਰੇ ਮਾੜੇ ਨੇ। ਪਰ ਜਦੋਂ ਸਮਝ ਆ ਜਾਏ, ਚਾਨਣਾ ਹੋ ਜਾਵੇ, ਉਧਰੋਂ ਫਿਰ ਅੰਦਰੋਂ ਆਵਾਜ਼ ਆਉਂਦੀ ਹੈ, ਮੈਂ ਚੰਗਾ ਨਹੀਂ ਹੈਗਾ, ਮੇਰੇ ਨਾਲ ਸਾਰੇ ਚੰਗੇ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਕਿਆ ਪਰਣਵਤ ਨਾਨਕ ਤਾਰੇ ਸੋਏ। ਮੇਰੇ ਸਾਹਿਬ ਜੀ, ਮੈਂ ਚੰਗਾ ਨਹੀਂ ਹੈ, ਮੇਰੇ ਅੰਦਰ ਚੰਗਿਆਈ ਨਹੀਂ ਹੈ, ਮੇਰੇ ਅੰਦਰ ਬੁਰਾਈਆਂ ਨੇ। ਤੇ ਜਦੋਂ ਬੰਦੇ ਨੂੰ ਆਪਣੀਆਂ ਬੁਰਾਈਆਂ ਦਿਸਣ ਲੱਗ ਪੈਣ ਨਾ, ਫਿਰ ਬੁਰਾਈਆਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਚੰਗਿਆਈਆਂ ਆਟੋਮੈਟਿਕਲੀ ਆਉਂਦੀਆਂ ਨੇ। ਤੇ ਜਦੋਂ ਚੰਗਿਆਈਆਂ ਆ ਜਾਣ, ਚੰਗੇ ਗੁਣ ਮਨੁੱਖ ਦੇ ਅੰਦਰ ਆ ਜਾਣ, ਤੇ ਫਿਰ ਉਹ ਗੁਣਾਂ ਦੇ ਖਜ਼ਾਨੇ ਦੇ ਪਰਮਾਤਮਾ ਦੇ ਨਾਮ ਦੇ ਨਾਲ ਸਾਡੀ ਪ੍ਰੀਤ ਬਣਦੀ ਹੈ, ਉਸ ਨਾਲ ਸਾਡੀ ਨੇੜਤਾ ਸ਼ੁਰੂ ਹੋ ਜਾਂਦੀ ਹੈ। ਗੱਲ ਚੰਗਿਆਈ ਆ ਜਾਵੇ ਜਦੋਂ, ਤੇ ਅਸੀਂ ਰੋਜ਼ ਪੜ੍ਹਦੇ ਹਾਂ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਣੇ ਕਰਮਾਂ ਅਨੁਸਾਰ ਕਈ ਨੇੜੇ ਹੋ ਜਾਂਦੇ ਨੇ ਰੱਬ ਦੇ, ਤੇ ਕੀਤੇ ਕਰਮਾਂ ਅਨੁਸਾਰ ਮਨੁੱਖ ਰੱਬ ਤੋਂ ਦੂਰੀਆਂ ਬਣਾ ਲੈਂਦਾ। ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, 12 ਮਾਹ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ, ਕਿਰਤ ਕਰਮ ਕੇ ਵਿਛੜੇ। ਵਿਛੜੇ ਹਾਂ, ਕਿਵੇਂ ਵਿਛੜੇ ਪਏ ਹਾਂ? ਇੱਕ ਘਰ ਵਿੱਚ ਰਹਿ ਰਹੇ ਹਾਂ, ਇੱਕ ਪਰਿਵਾਰ ਵਿੱਚ ਰਹਿ ਰਹੇ ਹਾਂ, ਮੂੰਹ ਬਣਾਇਆ, ਬੋਲਦੇ ਕੋਈ ਨਹੀਂ ਇੱਕ ਦੂਸਰੇ ਨਾਲ, ਮਜਬੂਰੀ ਹੈ। ਤਨ ਕਰਕੇ ਅਸੀਂ ਇੱਕ ਦੂਸਰੇ ਨੂੰ ਵੇਖ ਰਹੇ ਹਾਂ, ਪਰ ਅੰਦਰੋਂ ਇੱਕ ਦੂਸਰੇ ਨੂੰ ਚਾਹੁੰਦੇ ਨਹੀਂ ਆ। ਪਰ ਤਨ ਕਰਕੇ ਦੂਰੀ ਹੋਵੇ, ਪਰ ਮਨ ਕਰਕੇ ਨੇੜਤਾ ਹੋਵੇ, ਤੇ ਬਿਲਕੁਲ ਹੋਵੇਗਾ, ਇੱਕ ਦਿਨ ਮਿਲਾਪ ਹੋਏਗਾ। ਤਨ ਕਰਕੇ ਨੇੜਤਾ ਹੈ, ਪਰ ਮਨ ਦੀਆਂ ਦੂਰੀਆਂ ਨੇ। ਤੇ ਜੇ ਮਨ ਦੀਆਂ ਦੂਰੀਆਂ ਨੇ, ਤੇ ਜੇ ਤਨ ਨੇੜੇ ਹੈ, ਤੇ ਇੱਕ ਦਿਨ ਮਨ ਦੀਆਂ ਵੀ ਦੂਰੀਆਂ ਬਣ ਜਾਣਗੀਆਂ। ਜੇ ਤਨ ਨੇੜੇ ਹੈ ਪਰ ਮਨ ਨਹੀਂ ਹੈ, ਮੇਰੇ ਸਾਹਿਬ ਜੀ ਕਹਿੰਦੇ ਨੇ, ਕਰਮੀ ਆਪੋ ਆਪਣੀ ਕੇ ਨੇੜੇ, ਕਿਰਤ ਕਰਮ ਕੇ। ਕਰਮ ਮੀਨਸ ਕੰਮ। ਅਸੀਂ ਆਪਣੀ ਕਿਰਤ, ਆਪਣੇ ਕੰਮ ਕਰਕੇ ਹੀ ਰੱਬ ਤੋਂ ਦੂਰ ਹਾਂ। ਜੇ ਚੰਗੇ ਕਰਮ ਕਰੀਏ ਤੇ ਰੱਬ ਨਾਲ ਨੇੜਤਾ ਬਣ ਜਾਂਦੀ ਹੈ, ਜੇ ਮਾੜੇ ਕਰਮ ਕਰੀਏ ਤੇ ਬੁਰਾਈਆਂ ਦੇ ਕਾਰਨ ਮਨੁੱਖ ਦੂਰੀਆਂ ਬਣਦੀਆਂ ਜਾਂਦੀਆਂ ਨੇ। ਬੁਰਾਈਆਂ ਜਿਹੜੀਆਂ ਨੇ ਰੱਬ ਨੂੰ ਨਹੀਂ ਪਾਉਂਦੀਆਂ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ,
क्या चार कुंट दह दिस भरमे थक आए प्रभ की शाम धेन दुधै ते बाहरी कितै ना आवे काम। जे धेन मीनस गऊ जिहड़ी है वह गां दुध नहीं देन वाली ते वह किसे काम दी नहीं है, ते जे वह दुध देन वाली है तो वही आओ भगत हुंदी है। उन्होंने छावें बन्नदा है, कोई उन्होंने पानी पिआउंदा है, कोई उन्होंने पट्ठे पाउंदा है, क्योंकि उन्हें दुध देना है। ते मेरे साहब जी कहते जल बिन साख कमलावती, पानी तो बिना खेती सुक जावे ते थोथा बन जाता है। ते जिहड़ा थोथ होवे जिहदे विच चौल ना पए होण ਉਹਦਾ ਬਾਜ਼ਾਰ ਦੇ ਵਿੱਚ ਮੁੱਲ ਨਹੀਂ ਪੈਂਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਜੇ ਮਨੁੱਖ ਤੂੰ ਅੰਦਰੋਂ ਥੋਥਾ ਹੈ, ਪੋਲਾ ਹੈ, ਅੰਦਰੋਂ ਖੋਖਲਾ ਹੋ ਗਿਆ, ਰੱਬ ਦਾ ਤੇਰੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ, ਉਸ ਪ੍ਰਮਾਤਮਾ ਦੀ ਬੰਦਗੀ ਕਦੀ ਕੀਤੀ ਨਹੀਂ, ਕਦੀ ਮਨ ਦੇ ਵਿੱਚ ਇਹ ਵਿਚਾਰਿਆ ਨਹੀਂ ਕਿ ਮੈਂ ਮਨੁੱਖਾ ਜਨਮ ਲਿਆ ਹੈ, ਮਨੁੱਖਾ ਜਨਮ ਦੇ ਪਰਪਸ ਨੂੰ ਜਾਣਿਆ ਨਹੀਂ ਵੀ ਮੈਨੂੰ ਸੰਸਾਰ ਤੇ ਆਉਣ ਵਾਸਤੇ ਪ੍ਰਮਾਤਮਾ ਨੇ ਭੇਜਿਆ, ਸੰਸਾਰ ਤੇ ਆ ਕੇ ਮੈਂ ਕਰਨਾ ਕੀ ਸੀ ਤੇ ਕਰ ਕੀ ਰਿਹਾ। ਬਸ ਇੰਨਾ ਹੀ ਬੰਦਾ ਖਿਆਲ ਲਿਆਵੇ ਆਪਦੇ ਵਿੱਚ, ਮਨ ਵਿੱਚ ਇਹ ਖਿਆਲ ਬਣਾ ਲੇ ਰੱਬ ਨੇ ਪ੍ਰਮਾਤਮਾ ਨੇ ਉਸ ਵਾਹਿਗੁਰੂ ਨੇ ਮੈਨੂੰ ਸੰਸਾਰ ਤੇ ਭੇਜਿਆ ਹੈ, ਮੈਂ ਕੀ ਕਰਨ ਲਈ ਆਇਆ ਤੇ ਮੈਨੂੰ ਕਰਨਾ ਕੀ ਚਾਹੀਦਾ ਸੀ, ਮੈਂ ਕਰ ਕੀ ਰਿਹਾ। ਵੇਖੋ ਜੇ ਰੱਬ ਦੇ ਨਾਲ ਨੇੜਤਾ ਆਟੋਮੈਟਿਕਲੀ ਬਣੀ। ਬਸ ਪਰਪਸ ਨੂੰ ਸਮਝੀਏ ਵੀ ਇਹ ਮਨੁੱਖਾ ਜਨਮ ਕਿਸ ਲਈ ਮਿਲਿਆ, ਮਨੁੱਖਾ ਜਨਮ ਕਾਹਦੇ ਲਈ ਮਿਲਿਆ। ਜਨਮ ਤੇ ਹੋਰ ਵੀ ਬੜੇ ਨੇ, ਹੋਰ ਜੀਵਾਂ ਦੇ ਵੀ, ਪਸ਼ੂ ਪਕਸ਼ੀਆਂ ਦੇ ਵੀ ਜਿਹੜੇ ਬੱਚੇ ਹੁੰਦੇ ਨੇ, ਪਰਿਵਾਰ ਉਹਨਾਂ ਦੇ ਵੀ ਹੁੰਦੇ ਨੇ। ਕੀ ਸਾਨੂੰ ਆਪਣੇ ਪਰਿਵਾਰ ਦੀ ਹੀ ਗੱਲ ਹੈ ਜਾਂ ਕੇਵਲ ਗ੍ਰਸਤ ਵਿੱਚ ਰਹਿ ਕੇ ਬੱਚਿਆਂ ਨੂੰ ਜੰਮਣਾ, ਪਾਲਣਾ, ਪੜ੍ਹਨਾ, ਪੜ੍ਹਾਉਣਾ ਕੇਵਲ ਸਾਡੀ ਇਹੋ ਜ਼ਿੰਮੇਵਾਰੀ ਹੈ? ਇਹ ਕੇਵਲ ਸਾਡਾ ਫਰਜ਼ ਹੈ, ਸਾਨੂੰ ਫਰਜ਼ ਅਦਾ ਕਰਨਾ ਚਾਹੀਦਾ ਹੈ। ਇਹਨਾਂ ਫਰਜ਼ਾਂ ਤੋਂ ਮੈਂ ਇਹ ਨਹੀਂ ਕਹਿੰਦਾ ਵੀ ਭੱਜਣਾ ਨਹੀਂ ਚਾਹੀਦਾ, ਫਰਜ਼ਾਂ ਇਹਨਾਂ ਨੂੰ ਅਦਾ ਜ਼ਰੂਰ ਕਰਨਾ ਚਾਹੀਦਾ ਹੈ, ਪਰ ਇਹਨਾਂ ਦੇ ਨਾਲ ਨਾਲ ਚਿੱਤ ਦੇ ਵਿੱਚ ਚੇਤੇ ਰੱਬ ਰੱਖਣਾ ਚਾਹੀਦਾ ਹੈ। ਇੱਕ ਲੈਣੀਆਂ ਦੇਣੀਆਂ ਦੇ ਸੰਬੰਧ ਹੁੰਦੇ ਨੇ। ਸਾਡੇ ਮਾਪਿਆਂ ਨੇ ਸਾਨੂੰ ਪਾਲਿਆ, ਅਸੀਂ ਉਹਨਾਂ ਨੂੰ ਪਾਲ ਰਹੇ ਹਾਂ। ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ, ਉਹਨਾਂ ਦੇ ਬੱਚੇ ਉਹਨਾਂ ਨੇ ਉਹਨਾਂ ਨੂੰ ਪਾਲਣਾ ਹੈ। ਤੇ ਇਵੇਂ ਤੇ ਚੱਲਦਾ ਹੀ ਰਹਿੰਦਾ ਹੈ। ਇਹ ਤੇ ਸਿਸਟਮ ਬਣਿਆ ਹੋਇਆ, ਇਸ ਸਿਸਟਮ ਨੂੰ ਸਮਝਣਾ, ਇਸ ਸਿਸਟਮ ਦੇ ਵਿੱਚ ਰਹਿ ਕੇ ਤੂੰ ਰੱਬ ਨੂੰ ਚਿੱਤ ਵਿੱਚ ਚੇਤੇ ਰੱਖਣਾ ਹੈ। ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਾਂ ਕਹਿ ਜਿਸ ਮਨੁੱਖ ਦੇ ਮਨ ਅੰਦਰ ਹਰ ਕੀ ਹੈ ਪ੍ਰਮਾਤਮਾ ਵਸਿਆ, ਮਨ ਵਿੱਚ ਵਸ ਗਿਆ, ਵਸਿਆ ਤੇ ਸਾਰਿਆਂ ਵਿੱਚ ਹੈ, ਜਿਸ ਨੂੰ ਦਿਸਣਾ ਸ਼ੁਰੂ ਹੋ ਗਿਆ, ਜਿਹਦੇ ਸੁਰਤ ਰੂਪੀ ਨੇਤਰ ਖੁੱਲ ਗਏ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਤਾਂ ਕਹੋ ਉਸ ਮਨੁੱਖ ਨੂੰ, ਕਹੋ ਦਾ ਅਰਥ ਕਰਾਂਗੇ ਨੂੰ, ਤਾਂ ਕਹੋ ਦੁੱਖ ਸੁਪਨੇ ਭੀ ਨਹੀਂ, ਉਹ ਕਦੀ ਸੁਪਨੇ ਵਿੱਚ ਵੀ ਦੁਖੀ ਨਹੀਂ ਹੋ ਸਕਦਾ। ਅਸੀਂ ਤੇ ਤੁਰੇ ਫਿਰਦੇ ਦੁਖੀ ਹੁੰਦੇ ਰਹਿੰਦੇ ਆ ਨਾ। ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਨਾ, ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁਖ ਪਾਇਆ ਸੋ ਗਤ ਭਈ ਹਮਾਰੀ। ਗਤ ਦਾ ਭਾਵ ਹੈ ਉਹ ਸਾਡੀ ਹਾਲਤ ਸਾਡੀ ਬਣੀ ਪਈ ਹੈ। ਜਿਵੇਂ ਕੋਈ ਰਾਜਾ ਰਾਜ ਮਹਿਲਾਂ ਵਿੱਚ ਸੁੱਤਾ ਹੈ, ਉਹਦੇ ਕੋਲ ਰਾਜ ਭਾਗ ਠਾਠ ਬਾਠ ਹਰ ਸੁੱਖ ਰੱਬ ਨੇ ਦਿੱਤੇ ਨੇ, ਪਰ ਸੁਪਨਾ ਆਇਆ ਕਿ ਮੈਂ ਭਿਖਾਰੀ ਬਣ ਗਿਆ। ਭਿਖਾਰੀ ਬਣ ਕੇ ਘਰਾਂ ਦੇ ਵਿੱਚ ਝੋਲੀ ਪਾ ਕੇ ਮੰਗਦਾ ਫਿਰਦਾ ਹੈ। ਕਿੰਨੇ ਉਹਦੇ ਬੱਚੇ ਨੇ, ਉਹਨਾਂ ਨੂੰ ਮੰਗ ਕੇ ਪਿੰਨ ਕੇ ਖਵਾਉਂਦਾ ਹੈ, ਦੁਖੀ ਹੋ ਰਿਹਾ। ਨਰਪਤ ਏਕ ਸਿੰਘਾਸਣ ਸੋਇਆ, ਸੋਇਆ ਸਿੰਘਾਸਣ ਤੇ ਹੈ। ਹੁਣ ਅਸੀਂ ਧਿਆਨ ਦਿਆ ਜੇ, ਅਸੀਂ ਵੀ ਸੁੱਤੇ ਪਏ ਹਾਂ। ਇਹ ਅਸੀਂ ਤੁਰੇ ਫਿਰਦੇ ਹਾਂ, ਗੁਰਦੁਆਰੇ ਬੈਠੇ ਹਾਂ। ਇਹ ਮਤ ਸਮਝਣਾ ਕਿ ਅਸੀਂ ਜਾਗਦੇ ਪਏ ਹਾਂ, ਅਸੀਂ ਸੁੱਤੇ ਪਏ ਹਾਂ। ਸਾਨੂੰ ਇਹ ਨਹੀਂ ਪਤਾ ਕਿ ਸਾਡਾ ਮਨੁੱਖਾ ਜਨਮ ਹੈ। ਅਸੀਂ ਗਫਲਤ ਦੀ ਨੀਂਦਰੇ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਸੁੱਤੇ ਪਏ ਹਾਂ। ਇਸ ਮਨੁੱਖਾ ਜਨਮ ਦੀ ਜਿਵੇਂ ਇੱਕ ਸੁਰਾਤ ਦੇ ਸੁਪਨੇ ਵਿੱਚ ਮਨੁੱਖ ਸੁੱਤਾ ਪਿਆ ਹੈ, ਉਹਨੂੰ ਇਹ ਪਤਾ ਹੀ ਨਹੀਂ ਹੈ ਮੈਂ ਤੇ ਰਾਜਾ ਵਾਂ, ਪਰ ਉਹਨੂੰ ਸੁਪਨਾ ਇਹ ਆਇਆ ਕਿ ਮੈਂ ਭਿਖਾਰੀ ਬਣਿਆ ਤੇ ਭਿਖਾਰੀ ਬਣ ਕੇ ਰੋ ਰਿਹਾ, ਦੁਖੀ ਹੋ ਰਿਹਾ। ਪਰ ਜੇ ਉਹਨੂੰ ਸੁਪਨਾ ਖੁੱਲਦਾ ਤੇ ਫਿਰ ਆਖਦਾ ਮੈਂ ਤੇ ਰਾਜਾ ਹੋਵੇਗਾ, ਮੈਂ ਤੇ ਰਾਜ ਮਹਿਲਾਂ 'ਚ ਪਿਆ ਹੋਇਆ। ਹੁਣ ਬੰਦਿਆਂ ਤੈਨੂੰ ਇਹ ਪਤਾ ਲੱਗ ਜਾਵੇ ਤੂੰ ਮਨੁੱਖਾ ਜਨਮ ਤੈਨੂੰ ਮਿਲਿਆ ਹੈ, ਤੈਨੂੰ ਰੱਬ ਨੇ ਪ੍ਰਮਾਤਮਾ ਨੇ ਇੱਕ ਰਾਜ ਦਿੱਤਾ ਹੈ।
ਤੂੰ ਸਾਰਿਆਂ ਦਾ ਰਾਜਾ ਹੈ, ਸ਼੍ਰੋਮਣੀ ਹੈ। ਜਿਵੇਂ ਜੰਗਲ ਦੇ ਵਿੱਚ ਇੱਕ ਰਾਜਾ ਕਿਹਨੂੰ ਕਹਿੰਦੇ ਨੇ, ਸ਼ੇਰ ਨੂੰ ਆਖਦੇ ਨੇ ਨਾ, ਉਹਨੂੰ ਰਾਜਾ ਆਖਦੇ ਨੇ। ਤੈਨੂੰ ਸਾਰੀ ਮਨੁੱਖਤਾ ਜਿੰਨੇ ਵੀ ਜੀਵ ਜੰਤੂ ਨੇ ਬੰਦਿਆ, ਤੈਨੂੰ ਉਹਨਾਂ ਦਾ ਇੱਕ ਸ਼੍ਰੋਮਣੀ ਬਣਾਇਆ ਹੈ, ਕਿਉਂਕਿ ਤੇਰੇ ਵਿੱਚ ਮਾਲਕ ਨੇ ਦਿਮਾਗ ਪਾ ਦਿੱਤਾ ਹੈ, ਤੈਨੂੰ ਰੱਬ ਨੇ ਸੋਝੀ ਦੇ ਦਿੱਤੀ ਹੈ, ਤੈਨੂੰ ਇਹ ਪਤਾ ਲੱਗ ਗਿਆ ਚੰਗਾ ਕੀ ਹੈ ਤੇ ਮਾੜਾ ਕੀ ਹੈ, ਤੈਨੂੰ ਰੱਬ ਨੇ ਪਛਾਣ ਦੇ ਦਿੱਤੀ ਹੈ। ਰੱਬ ਨੇ ਤੈਨੂੰ ਇਹੋ ਜਿਹੇ ਕੰਨ ਲਾਏ ਨੇ, ਉਸ ਵਿੱਚ ਟਰਾਂਸਲੇਸ਼ਨ ਕਰਦੇ ਨੇ ਵੀ ਤੈਨੂੰ ਇਹ ਮਾੜੇ ਸ਼ਬਦ ਕਹੇ ਨੇ, ਇਹਨੇ ਤੈਨੂੰ ਚੰਗੇ ਕਹੇ ਨੇ। ਤੈਨੂੰ ਰੱਬ ਨੇ ਬੁੱਧੀ ਦਿੱਤੀ ਹੈ, ਤੈਨੂੰ ਪ੍ਰਮਾਤਮਾ ਨੇ ਅਕਲ ਦਿੱਤੀ ਹੈ। ਹੁਣ ਇਹਨੂੰ ਵਰਤਣਾ ਤੂੰ ਹੈ ਕਿ ਨਹੀਂ ਵਰਤਣਾ? ਜੇ ਤੂੰ ਨਹੀਂ ਵਰਤਦਾ ਤੇ ਫਿਰ ਪਸ਼ੂਆਂ ਨਾਲੋਂ ਤੂੰ ਘੱਟ ਨਹੀਂ। ਜੇ ਇਸ ਦੀ ਵਰਤੋਂ ਨਹੀਂ ਨਾ ਕਰਦਾ ਤੇ ਫਿਰ ਮੇਰੇ ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖਾਂ ਵਾਲਾ ਜਨਮ ਕੇਵਲ ਹੈ, ਪਰ ਕਰਤੂਤਾਂ ਤੇਰੀਆਂ ਪਸ਼ੂਆਂ ਵਾਲੀਆਂ ਨੇ। ਫਿਰ ਪਸ਼ੂ ਵਿੱਚ ਤੇ ਤੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਹੁਣ ਮੇਰੇ ਸਾਹਿਬ ਜੀ ਕਹਿੰਦੇ ਇਸ ਮਨੁੱਖਾ ਜਨਮ ਦੇ ਪਰਪਜ ਨੂੰ ਜਾਣ ਸਮਝ, ਤੇ ਸਮਝਣ ਦੇ ਲਈ ਅਸੀਂ 12 ਸਾਲ ਬੱਚਾ ਸਾਡਾ ਸਕੂਲ ਵਿੱਚ ਪੜ੍ਹਦਾ ਹੈ, ਫਿਰ ਕਾਲਜ ਜਾਂਦਾ ਹੈ, ਫਿਰ ਡਿਗਰੀਆਂ ਕਰਦਾ ਹੈ, 25 26 ਸਾਲ ਲੱਗ ਜਾਂਦੇ ਨੇ। ਫਿਰ ਇੱਕ ਗੱਲ ਦੀ ਕਿਰੇ ਸਮਝ ਆਉਂਦੀ ਹੈ, ਫਿਰ ਜਾ ਕੇ ਕਿਰੇ ਕਿਸੇ ਗੱਲ ਦੀ ਸਮਝ ਆਉਂਦੀ ਹੈ। ਪਰ ਗੁਰਦੁਆਰੇ 10 ਦਿਨ ਆਈਏ, ਕੋਈ 40 ਦਿਨ ਹੀ ਕਹਿੰਦਾ ਵੀ ਆ ਜਾਈਏ ਤਾਂ ਗੱਲ ਬਣ ਜਾਏ। ਨਹੀਂ ਜੀ, ਗੱਲ ਗਿਆਨ ਜਿਹੜਾ ਹੈ ਗੁਰੂ ਦੀ ਬਖਸ਼ਿਸ਼, ਅਸੀਂ ਦਿਨ ਮਿੱਥ ਕੇ ਆਉਂਦੇ ਹਾਂ ਵੀ ਇੰਨੇ ਦਿਨ ਜਾਣਾ ਹੈ, ਇੰਨੇ ਦਿਨ ਗੁਰਦੁਆਰੇ ਜਾਣਾ। ਤੇ ਜੇ ਕੋਈ ਕਵੇ ਮੈਂ ਇੰਨੇ ਦਿਨ ਸਕੂਲ ਜਾਣਾ ਹੈ ਤੇ ਸਾਰਾ ਮੈਨੂੰ ਸਮਝ ਆ ਜਾਏ, ਨਹੀਂ ਨਾ ਗੱਲ ਬਣਦੀ। ਅਨਲਿਮਿਟ ਬੰਦਾ ਚੱਲਦਾ ਰਹਿੰਦਾ, ਅਨਲਿਮਿਟ ਸਕੂਲੇ ਜਾਂਦਾ, ਟਿਊਸ਼ਨ ਪੜ੍ਹਦਾ, ਇੱਧਰ ਜਾਂਦਾ, ਉੱਧਰ ਜਾਂਦਾ, ਕਿਉਂਕਿ ਉਹਦਾ ਮੇਨ ਟਾਰਗੇਟ ਹੈ ਕਿ ਮੈਂ ਉਸ ਗੱਲ ਨੂੰ ਹਾਸਲ ਕਰਨਾ ਹੈ। ਪਰ ਸਾਡਾ ਇੱਥੇ ਨਹੀਂ ਹੈ, ਤੇ ਜੇ ਨਹੀਂ ਹੈ ਤੇ ਫਿਰ ਕਿਵੇਂ ਰੱਬ ਮਿਲ ਸਕਦਾ? ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਨੇ ਆਪਣੇ ਅੰਦਰ ਏਮ ਬਣਾਇਆ ਹੈ ਪ੍ਰਮਾਤਮਾ ਨੂੰ ਪਾਉਣ ਦਾ, ਉਹ ਆਪਣੇ ਅੰਦਰ ਉਸ ਨੂੰ ਵੇਖਣਾ ਸ਼ੁਰੂ ਕਰਦੇ ਨੇ, ਟੋਲਣਾ ਸ਼ੁਰੂ ਕਰਦੇ ਨੇ। ਉਹ ਸੁਰਤ ਰੂਪੀ ਨੇਤਰ ਆਪਣੇ ਖੋਲ ਕੇ ਤੁਰਦੇ ਨੇ। ਤੇ ਜੇ ਕੋਈ ਅੱਖਾਂ ਬੰਦ ਕਰਕੇ ਤੁਰਦਾ ਹੋਵੇ ਤੇ ਟੋਏ 'ਚ ਡਿੱਗਦਾ ਹੈ। ਤੇ ਅਸੀਂ ਕਹਿ ਦਿੰਦੇ ਹਾਂ ਵੀ ਫਲਾਣਿਆ ਅੱਖਾਂ ਖੋਲ ਕੇ ਤੁਰ, ਠੁੱਡੇ ਲੱਗਣ ਦੇ ਨੇ, ਡੇਗੀ ਨਾ ਪਵੀਂ। ਮੇਰਾ ਗੁਰੂ ਰੋਜ਼ ਸਾਨੂੰ ਕਹਿੰਦਾ, ਮਨੁੱਖ ਤੈਨੂੰ ਮਨੁੱਖਾ ਜਨਮ ਦਿੱਤਾ ਹੈ, ਕਦੇ ਸੁਰਤ ਰੂਪੀ ਨੇਤਰ ਖੋਲ ਕੇ ਤੁਰ, ਆਪਣੇ ਮਨੁੱਖਾ ਜਨਮ ਨੂੰ ਸਮਝ, ਕਰਤੂਤਾਂ ਪਸ਼ੂਆਂ ਵਾਲੀਆਂ ਨਾ ਕਰ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਤਾਂ ਕੋ ਦੁੱਖ ਤਾਂ ਕਹੋ ਉਸ ਨੂੰ, ਉਸ ਮਨੁੱਖ ਨੂੰ ਸੁਪਨੇ ਵਿੱਚ ਵੀ ਕੋਈ ਦੁੱਖ ਨਹੀਂ ਸਤਾ ਸਕਦਾ ਜਿਸ ਦੇ ਨੇਤਰ ਖੁੱਲ ਜਾਣ, ਜਿਹਦੇ ਸੁਰਤ ਰੂਪੀ ਨੇਤਰ ਖੁੱਲ ਜਾਣ, ਜਿਹਨੂੰ ਹਰ ਥਾਂ ਤੇ ਰੱਬ ਦਿਸਣ ਲੱਗ ਪੈਂਦਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਇਹ ਸੁਰਤ ਰੂਪੀ ਨੇਤਰ ਪਾਤਸ਼ਾਹ ਕਿਵੇਂ ਖੁੱਲਣਗੇ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਲੈ ਲਈਏ। ਪਾਤਸ਼ਾਹ ਕਹਿੰਦੇ ਨੇ ਰਾਮ ਸਿਮਰ, ਵੇਖ ਕਿਵੇਂ ਤੇਰੇ ਸੁਰਤ ਖੁੱਲਦੇ ਨੇ, ਸੁਰਤੀ ਤੇਰੀ ਕਿਵੇਂ। ਰਾਮ ਸਿਮਰ, ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਕਾਜ ਕਹਿੰਦੇ ਨੇ ਕੰਮ ਨੂੰ, ਆ ਹੀ ਤੇਰਾ ਕੰਮ। ਰਾਮ ਸਿਮਰ, ਫਿਰ ਕਿਆ ਰਾਮ ਸਿਮਰ? ਪਰਮਾਤਮਾ ਨੂੰ ਸਿਮਰ ਕੇ ਰੱਬ ਦੀ ਬੰਦਗੀ ਕਰਦਿਆਂ ਹੋਇਆਂ ਤੇਰੇ ਇਹ ਸੁਰਤ ਰੂਪੀ ਨੇਤਰ ਖੁੱਲਣਗੇ, ਆ ਤੇਰਾ ਕੰਮ ਹੈ। ਮਾਇਆ ਕੋ ਸੰਗ ਤਿਆਗ, ਪਦਾਰਥਾਂ ਦਾ ਸੰਗ ਸਾਥ, ਅਸੀਂ ਹਰ ਕਿਸੇ ਦਾ ਸਾਥ ਮਾਣਨਾ ਚਾਹੁੰਦੇ ਹਾਂ, ਪਰ ਰੱਬ ਦਾ ਸਾਥ ਨਹੀਂ ਮਾਣਦੇ, ਪਰਮਾਤਮਾ ਦਾ ਸਾਥ ਨਹੀਂ ਮਾਣਦੇ। ਮਾਇਆ ਕੋ ਸੰਗ ਤਿਆਗ, ਪ੍ਰਭ ਜੋ ਕੀ ਸ਼ਰਨ ਲਾਗ। ਪ੍ਰਭ ਜੋ ਕੀ, ਰੱਬ ਦੀ ਸ਼ਰਨ ਦੇ ਵਿੱਚ ਆ, ਪਰਮਾਤਮਾ ਦੀ ਬੰਦਗੀ ਕਰ, ਪ੍ਰਭੂ ਦੀ ਸ਼ਰਨ ਲਾਗ। ਕਈ ਵਾਰੀ ਕਹਿੰਦੇ ਆ ਇਹਨੂੰ ਲਾਗ ਲੱਗ ਗਈ ਏ, ਕਹਿੰਦੇ ਨੇ ਨਾ, ਅਸੀਂ ਆਮ ਪੰਜਾਬੀ ਵਿੱਚ ਕਹਿੰਦੇ ਆ ਇਹਨੂੰ ਵੀ ਹੁਣ ਲਾਗ ਲੱਗ ਗਈ, ਫਲਾਨੇ ਦੀ ਲਾਗ ਲੱਗ ਗਈ ਏ। ਇਹ ਸਾਡੀ ਪੰਜਾਬੀ ਦੀ ਬੋਲੀ ਆ। ਤੇ ਮੇਰਾ ਗੁਰੂ ਵੀ ਕਹਿੰਦਾ ਹੈ, ਜੇ ਤੂੰ ਗੁਰੂ ਦੀ ਸ਼ਰਨ ਵਿੱਚ ਆਵੇਂਗਾ ਤੈਨੂੰ ਵੀ ਲਾਗ ਲੱਗ ਜਾਏਗੀ। ਆਮ ਹੀ ਕਹਿ ਦਿੰਦੇ ਆ ਇਹਨੂੰ ਲਾਗ ਲੱਗ ਗਈ ਹੈ ਹੁਣ। ਤੇ ਮੇਰਾ ਬਾਪੂ ਕਹਿੰਦਾ ਹੈ, ਧੰਨ ਗੁਰੂ ਤੇਗ ਬਹਾਦਰ ਸ਼ਾਹ ਮਹਾਰਾਜ, ਬੰਦਿਆ ਤੂੰ ਗੁਰੂ ਦੀ ਸ਼ਰਨ ਵਿੱਚ ਆ,
ਤੈਨੂੰ ਪ੍ਰਮਾਤਮਾ ਦੇ ਨਾਮ ਦੀ ਜਦੋਂ ਲਾਗ ਲੱਗ ਗਈ ਨਾ, ਫਿਰ ਤੇਰੇ ਹਿਰਦੇ ਘਰ ਵਿੱਚ ਉਹ ਪ੍ਰਗਟ ਹੋ ਜਾਏਗਾ, ਤੈਨੂੰ ਦਿਸਣ ਲੱਗ ਪਏਗਾ। ਕਿਵੇਂ ਜੀ? ਜਗਤ ਸੁਖ ਮਾਨ ਮਿਥਿਆ, ਜਗਤ ਸੁਖ ਮਾਨ ਮਿਥਿਆ। ਮਾਨ ਦਾ ਅਰਥ ਕਰੋਗੇ ਇੱਥੇ ਮਨ। ਜਗਤ ਦੇ ਸੁਖ ਮਨ ਵਿੱਚ, ਇਹ ਤੋਂ ਮਨ ਲੈ ਕੇ ਸਾਰੇ ਮਿਥਿਆ ਨੇ, ਨਾਸਵੰਤ ਨੇ। ਪਰ ਅਸੀਂ ਮਾਨ ਇੱਥੇ ਸ਼ਬਦ ਆਇਆ ਜਿਹਨੂੰ ਅਸੀਂ ਇਹਦੇ ਅਰਥ ਐਵੇਂ ਕਰ ਲਈਏ, ਜਗਤ ਦੇ ਸੁਖ ਮਾਣਦੇ ਆ, ਮਾਣ ਨੋ ਪ੍ਰੋਬਲਮ, ਪਰ ਜਗਤ ਦੇ ਸੁਖ ਮਾਣਦਿਆਂ ਹੋਇਆ ਮਾਣ ਨਾ ਕਰ। ਮਾਣ ਇੱਥੇ ਇਹਦੇ ਅਰਥ ਐਵੇਂ ਕਰ ਲਈਏ, ਕਹਿੰਦੇ ਕਈ ਵਾਰੀ ਕਹਿੰਦੇ ਨਾ ਫਲਾਣੇ ਨੂੰ ਬੜਾ ਮਾਣ ਹੈ। ਮਾਣ ਦੇ ਅਰਥ ਕਰੋ ਗੁਮਾਨ। ਜਿਉ ਕੁੰਚਰ ਇਸ਼ਨਾਨ, ਜਿਵੇਂ ਇੱਕ ਪਾਣੀ ਵਿੱਚ ਨਹਾ ਕੇ ਹਾਥੀ ਬਾਹਰ ਨਿਕਲੇ ਬੇਸਮਝੀ ਨਾਲ, ਫਿਰ ਉਹ ਰੇਤਾ ਦੇ ਵਿੱਚ ਲੇਟਣ ਲੱਗ ਪਵੇ, ਕਾਈ ਦੇ ਬੂਟੇ ਪੁੱਟਣ ਲੱਗ ਪਵੇ, ਫਿਰ ਉਸੇ ਤਰ੍ਹਾਂ ਲਿਬੜ ਗਿਆ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਅੰਦਰ ਇਹ ਗੁਮਾਨ ਜਿਹੜਾ ਹੈ ਨਾ, ਮਾਣ ਜਿਹੜਾ ਹੈ ਨਾ, ਐਵੇਂ ਹੈ ਤੈਨੂੰ ਜਿਵੇਂ ਇੱਕ ਹਾਥੀ ਪਾਣੀ ਵਿੱਚ ਨਹਾ ਕੇ ਬਾਹਰ ਨਿਕਲੇ ਤੇ ਫਿਰ ਰੇਤਾ ਪੁੱਟ ਕੇ ਆਪਣੇ ਸਿਰ 'ਚ ਪਾਵੇ। ਇਹ ਜਿਹੜਾ ਤੇਰੇ ਅੰਦਰ ਗੁਮਾਨ ਹੈ ਨਾ, ਮਾਣ ਹੈ, ਇਹਨੂੰ ਦੂਰ ਕਰਨਾ ਹੈ। ਤੇ ਇਹ ਦੂਰ ਹੁੰਦਾ ਹੈ ਗੁਰੂ ਦੇ ਬਾਣੀ ਨਾਲ, ਇਹ ਗੁਰੂ ਦੇ ਸ਼ਬਦ ਨਾਲ। ਤੇ ਗੁਰੂ ਦਾ ਸ਼ਬਦ ਜਦੋਂ ਤੇਰੇ ਅੰਦਰ ਰਮੇਗਾ ਤੇ ਗੁਰੂ ਦਾ ਸ਼ਬਦ ਤੈਨੂੰ ਦੱਸ ਦੇਗਾ ਜਗਤ ਸੁਖ ਮਾਣ ਮਿਥਿਆ। ਇਹ ਮਨ ਵਿੱਚ ਮੰਨ ਕੇ ਸੰਸਾਰ ਦੇ ਜਿਹੜੇ ਸੁੱਖ ਨੇ ਮਿਥਿਆ ਨੇ। ਮਿਥਿਆ ਮੀਨਸ ਇਹ ਕਦੇ ਸਥਿਰ ਰਹਿਣ ਵਾਲੇ ਨਹੀਂ ਹੈ, ਇਹ ਸਦਾ ਕਦੀ ਅਟਲ ਰਹਿਣ ਵਾਲੇ ਨਹੀਂ ਹੈ। ਵੇਖੋ ਕਈ ਵਾਰੀ ਮਨੁੱਖ ਬੜੇ ਹੀ ਖੁਸ਼ ਹੁੰਦੇ ਨੇ, ਬੜੇ ਵਿਗਾਸ ਵਿੱਚ ਹੁੰਦੇ ਨੇ, ਬੜੇ ਕਿਧਰੇ ਖੁਸ਼ੀਆਂ ਮਾਣ ਰਹੇ ਹੁੰਦੇ ਨੇ, ਗਾ ਰਹੇ ਹੁੰਦੇ ਨੇ, ਇੰਜੋਏ ਕਰ ਰਹੇ ਹੁੰਦੇ ਨੇ, ਉਦੋਂ ਹੀ ਰੰਗ 'ਚ ਭੰਗ ਪੈ ਜਾਂਦਾ। ਕਿਵੇਂ? ਕਹਿੰਦੇ ਨੇ ਲੋ ਫੜ ਲੋ ਫੜ ਲੋ, ਹੋ ਗਈ। ਕੀ ਹੋ ਗਿਆ ਜੀ? ਆ ਡਿੱਗ ਪਿਆ। ਡਿੱਗ ਕਿਉਂ ਪਿਆ? ਇਹਨੂੰ ਹਾਰਟ ਅਟੈਕ ਹੋ ਗਿਆ। ਪੈ ਗਿਆ ਨਾ ਰੰਗ ਵਿੱਚ ਭਾਗ, ਹਾਰਟ ਪ੍ਰੋਬਲਮ ਹੋ ਗਈ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਾਣ ਨਾ ਕਰ, ਇਹ ਤੇ ਪਾਣੀ ਦਾ ਬੁਲਬੁਲਾ ਹੈ ਸਰੀਰ, ਇਹਦਾ ਮਾਣ ਨਾ ਕਰਿਆ ਕਰ। ਜੈਸੇ ਜਲ ਤੇ ਬੁੱਧ ਬੁਦਾ। ਹੁਣ ਰੱਬ ਕਿਉਂ ਨਾ ਤੇਰੇ ਅੰਦਰ ਵਸੇਗਾ, ਪਰ ਤੂੰ ਕਦੀ ਇਸ ਤਰ੍ਹਾਂ ਨੂੰ ਇਹ ਚਿੱਤ ਦੇ ਵਿੱਚ ਚੇਤੇ ਤੇ ਕਰ। ਗੁਰੂ ਸਾਹਿਬ ਜੀ ਤੈਨੂੰ ਕੀ ਕਹਿੰਦੇ ਨੇ? ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨਸੈ ਨੀਤ। ਨੀਤ ਪਤਾ ਪਰਤਾ ਨਿਤਾ ਪ੍ਰਤੀ, ਹਰ ਦਿਨ ਹਰ ਰੋਜ਼ ਹਰ ਪਲ, ਹਰ ਦਿਨ ਹਰ ਰੋਜ਼ ਹਰ ਪਲ ਜਨਮ ਹੋ ਰਿਹਾ ਲੋਕਾਂ ਦਾ, ਬੱਚਿਆਂ ਦਾ ਹਰ ਪਲ ਹੁੰਦਾ ਪਿਆ, ਹਰ ਛਿਨ ਹੁੰਦਾ ਪਿਆ। ਪਲ ਦੀ ਵੀ ਦੂਰ ਗੱਲ, ਛਿਨ, ਕਿਉਂਕਿ ਇੰਨਾ ਵਰਲਡ ਹੈ, ਏਡਾ ਵੱਡਾ ਸੰਸਾਰ ਹੈ। ਹਰ ਪਲ ਛਿਨ ਦੇ ਵਿੱਚ ਜਨਮ ਹੋ ਰਿਹਾ, ਲੋਕੀ ਤੁਰੇ ਆਏ ਜਾ ਰਹੇ ਨੇ, ਜਨਮ ਹੋਈ ਜਾ ਰਹੇ ਨੇ ਹਰ ਪਲ ਹਰ ਛਿਨ। ਕਿਉਂਕਿ ਕਿਧਰ ਦਿਨ ਹੈ ਤੇ ਕਿਧਰ ਰਾਤ ਹੈ, ਕਿਧਰੇ ਫਿਊਨਲ ਹੋ ਰਹੇ ਨੇ ਤੇ ਕਿਧਰੇ ਸੰਸਕਾਰ ਹੋ ਰਹੇ ਨੇ। ਕਿਸੇ ਧਰਤੀ ਤੇ ਕਿਹਾ ਜਾਂਦਾ ਫਲਾਣੇ ਦੇ ਫਿਊਨਲ ਤੇ ਚੱਲੇ ਆ, ਤੇ ਕਿਸੇ ਧਰਤੀ ਤੇ ਇਹ ਕਿਹਾ ਜਾ ਰਿਹਾ ਸੰਸਕਾਰ ਤੇ ਚੱਲੇ ਆ, ਤੇ ਕਿਸੇ ਧਰਤੀ ਤੇ ਇਹ ਕਹਿ ਰਿਹਾ ਫਲਾਂ ਆਦਮੀ ਕੀ ਮਿੱਟੀ पे चले हैं। ਕਿਉਂਕਿ ਜਿਹੜੇ ਦਫਨਾਉਂਦੇ ਨੇ ਇਹਨੂੰ ਮਿੱਟੀ ਕਹਿੰਦੇ ਨੇ। ਜਦੋਂ ਬੋਡੀ ਨੂੰ ਦਫਨਾਉਣ ਲਈ ਜਾਂਦੇ ਨੇ, ਜਨਾਜ਼ਾ ਨਿਕਲਦਾ ਹੈ, ਤੇ ਉਦੋਂ ਇਹ ਕਿਹਾ ਜਾਂਦਾ ਹੈ ਵੀ ਅਸੀਂ ਫਲਾਣੇ ਦੀ ਮਿੱਟੀ ਤੇ ਚੱਲੇ ਆ, ਕਿਉਂਕਿ ਉਸ ਦਿਨ ਪਤਾ ਲੱਗਦਾ ਹੈ ਸਰੀਰ ਮਿੱਟੀ ਹੈ। ਜਿੱਦਣ ਉਹਨੂੰ ਮਿੱਟੀ ਦੇ ਵਿੱਚ ਦਫਨਾਉਣ ਲਈ ਲੈ ਕੇ ਜਾਂਦਾ ਹੈ, ਤੇ ਬੰਦਿਆ ਕਰੇ ਤੈਨੂੰ ਪਹਿਲਾਂ ਕਿਉਂ ਨਾ ਪਤਾ ਲੱਗਾ? ਅੱਜ ਤੱਕ ਤੈਨੂੰ ਸੁੱਤਾ ਹੀ ਰਿਹਾ, ਹੁਣ ਤੈਨੂੰ ਪਤਾ ਲੱਗਾ ਹੈ ਕਿ ਸਰੀਰ ਮਿੱਟੀ ਹੈ। ਤੇ ਜੇ ਤੈਨੂੰ ਕਿਰੇ ਪਹਿਲਾਂ ਪਤਾ ਲੱਗ ਜਾਂਦਾ ਸਰੀਰ ਮਿੱਟੀ ਹੈ, ਤੇ ਇਸ ਮਿੱਟੀ ਨਾਲ ਮੋਹ ਹੀ ਨਾ ਕਰਦਾ, ਇਸ ਮਿੱਟੀ ਨਾਲ ਇੰਨਾ, ਇਸ ਮਿੱਟੀ ਦੇ ਮੋਹ ਵਿੱਚ ਹੀ ਨਾ ਫਸਦਾ, ਤੂੰ ਤੇ ਪਹਿਲਾਂ ਜਾਣਿਆ ਹੀ ਨਹੀਂ ਇਹ ਸਰੀਰ ਮਿੱਟੀ ਹੈ। माटी का पुत्र कैसे नचत है, देखै देखै सुनै बोलै दौड़ियो फिरत है। ये मिट्टी का पुतला नचदा फिरदा भजदा फिरदा, जब किश पावै, जदों कुछ मिल जाता है तो बड़ा गर्व करदा है। गर्व मीनस हंकार करदा है। ते जे कुछ हथों चले जावे
ਤੇ ਫਿਰ ਰੋਣ ਲੱਗ ਪੈਂਦਾ। ਜਿਵੇਂ ਨਿੱਕਾ ਜਿਹਾ ਨਿਆਣੇ ਨੂੰ ਕੋਈ ਦੇ ਦਈਏ ਨਾ, ਖਿਡੌਣਾ ਦੇ ਦਈਏ ਤੇ ਰੋਂਦਾ ਵੀ ਹੱਸਣ ਲੱਗ ਪੈਂਦਾ। ਨਿਆਣੇ ਨੂੰ ਖਿਡੌਣਾ ਦੇ ਦਈਏ ਤੇ ਰੋਂਦਾ ਵੀ ਹੱਸਣ ਲੱਗ ਪੈਂਦਾ। ਵੀ ਹੱਸਦੇ ਹੋਲੇ ਕੋਲੋਂ ਖਿਡੌਣਾ ਖੋਹ ਲਈਏ ਤੇ ਰੋਣ ਲੱਗ ਪੈਂਦਾ। ਗੱਲ ਕੀ ਹੈ? ਮਨੁੱਖ ਦੀ ਵੀ ਇਹੋ ਹੀ ਫਿਦਰਤ ਹੈ। ਜੇ ਇਹਨੂੰ ਖਿਡੌਣਾ ਮਿਲ ਜਾਵੇ ਤੇ ਉਹ ਪਰਚਾਉਣਾ ਹੈ, ਉਹ ਇਹਦੇ ਇੱਕ ਮਨੋਰੰਜਨ ਬਣ ਜਾਂਦਾ ਹੈ, ਹੱਸਣ ਲੱਗ ਪੈਂਦਾ ਹੈ। ਤੇ ਜੇ ਕੋਈ ਲੈ ਲਵੇ ਤੇ ਰੋਣ ਲੱਗ ਪੈਂਦਾ ਹੈ। ਫਿਰ ਅਣਜਾਣ ਮਨੁੱਖ ਵਿੱਚ ਤੇ ਨਿੱਕੇ ਨਿਆਣੇ ਵਿੱਚ ਕੋਈ ਫਰਕ ਤੇ ਨਹੀਂ ਨਾ ਹੈਗਾ। ਇੱਕ ਬੱਚੇ ਵਿੱਚ ਤੇ ਇੱਕ ਬਜ਼ੁਰਗ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਨਾ ਉਹਨੂੰ ਪਤਾ ਹੈ ਨਾ ਉਹਨੂੰ ਪਤਾ ਹੈ। ਤੇ ਮੇਰੇ ਸਾਹਿਬ ਇਹਨਾਂ ਨੇ ਤਾਂ ਹੀ ਕਿਹਾ ਹੋਏ, ਇਹ ਆਣਾ ਕਰੇ ਕੰਮ ਆਣ ਨਾ ਸਕੈ ਰਾਸ। ਇੱਕ ਆਦ ਚੰਗੀ ਕਰੇ, ਜੇ ਕਰੇ ਹੋ ਜਾਵੇ, ਨਹੀਂ ਤੇ ਦੂਸਰੀ ਤੇ ਉਹਨੇ ਗਲਤ ਕਰਨਾ ਹੀ ਹੈ ਨਾ। ਦੂਜੀ ਪੀ ਵੇ ਰਾਸ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਐ ਮਨੁੱਖ ਜਗਤ ਸੁਖ ਮਾਣ ਮਿਥਿਆ। ਜਗਤ ਦੇ ਸੁਖ ਇਹ ਮਨੁੱਖ ਜਿਹੜੇ ਹਨ ਮਨ ਵਿੱਚ ਮੰਨ ਲੈ, ਇਹ ਮਿਥਿਆ ਨੇ, ਇਹ ਨਾਸ਼ਵੰਤ ਨੇ, ਇਹ ਫਨਾ ਹੋ ਜਾਣ ਵਾਲੇ ਨੇ। ਝੂਠੋ ਸਭ ਸਾਜ ਹੈ। ਆਪਾਂ ਕਹੇ ਸਾਜੋ ਬਾਜੋ ਸੀ ਕਹਿੰਦੇ, ਸਾਜ ਬਾਜ। ਇਹ ਜਿਹੜਾ ਸਾਜ ਬਾਜ ਦਿਸ ਰਿਹਾ ਸਭ ਝੂਠਾ ਹੈ। ਤੇ ਫਿਰ ਜੀ ਕਿਆ ਸੁਪਨੇ ਜੋ ਧਨ ਪਛਾਨ। ਧਨ ਦੌਲਤ, ਇਹ ਜਿਹੜੀ ਦੌਲਤ ਹੈ ਇਹ ਧਨ ਹੈ, ਇੱਕ ਸੁਪਨੇ ਦੀ ਨਿਆਈ ਹੈ। ਤੇ ਧਨ ਦੌਲਤ ਮੇਰੀ ਮਾਇਆ ਹੀ ਨਹੀਂ ਹੈ। ਜੋ ਦ੍ਰਿਸ਼ਟਮਾਨ ਪਸਾਰਾ ਪਸਰਿਆ ਸਭ ਧਨ ਦੌਲਤ ਹੀ ਹੈ। ਇਹ ਸਰੀਰ ਵੀ ਧਨ ਹੈ। ਜਿਵੇਂ ਮੇਰੇ ਪਾਤਸ਼ਾਹ ਕਹਿੰਦੇ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਮੇਰੇ ਪਾਤਸ਼ਾਹ ਕਹਿੰਦੇ ਨੇ, ਮੇਰੇ ਮਿੱਤਰ ਸੰਸਾਰ ਦੀ ਰਚਨਾ ਐਵੇਂ ਜੀ ਹੈ ਜਿਵੇਂ ਮੀਂਹ ਪਵੇ, ਵਰਖਾ ਹੋਵੇ ਤੇ ਪਾਣੀ ਦੇ ਬੁਲਬੁਲੇ ਬੜੇ ਹੀ ਬਣ ਜਾਂਦੇ ਨੇ। ਪਤਾ ਹੀ ਕਿੰਨੇ ਮੀਂਹ ਪੈਣਦੇ ਨੇ, ਪਾਣੀ ਦੇ ਬੁਲਬੁਲੇ ਬਣਦੇ ਨੇ, ਪਰ ਉਹ ਉਪਜਦੇ ਵੀ ਨੇ ਤੇ ਨਿਪਜਦੇ ਵੀ ਨੇ ਤੇ ਫਿਰ ਮੁੱਕ ਵੀ ਜਾਂਦੇ ਨੇ, ਖਤਮ ਵੀ ਹੋ ਜਾਂਦੇ ਨੇ। ਬਣ ਲੱਗਿਆ ਵੀ ਉਹਨਾਂ ਦੀ ਗਿਣਤੀ ਨਹੀਂ, ਕਿੰਨੇ ਕੁ ਬਣ ਜਾਂਦੇ ਨੇ। ਫੁੱਟਣ ਲੱਗਿਆ ਵੀ ਸਮਾਂ ਨਹੀਂ ਲੱਗਦਾ। ਇਸੇ ਤਰ੍ਹਾਂ ਸੰਸਾਰ ਤੇ ਲੋਕ ਜਨਮ ਲਈ ਵੀ ਜਾਂਦੇ ਨੇ, ਤੁਰੇ ਵੀ ਆਉਂਦੇ ਨੇ, ਤੇ ਸ਼ਮਸ਼ਾਨ ਘਾਟ ਭਰੇ ਪਏ ਨੇ, ਲੋਕ ਤੁਰੇ ਵੀ ਜਾਂਦੇ ਨੇ। ਅੱਜ ਫਲਾਣੇ ਦੀ ਮਿੱਟੀ ਤੇ ਚੱਲੇ ਆ, ਅੱਜ ਫਲਾਣੇ ਦੇ ਸੰਸਕਾਰ ਤੇ ਚੱਲੇ ਆ, ਅੱਜ ਫਲਾਣੇ ਦੇ ਫਿਊਨਲ ਤੇ ਚੱਲੇ ਆ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਜਦੋਂ ਕੋਈ ਸੰਸਾਰ ਤੋਂ ਜਾਂਦਾ ਤੇ ਉਦਨ ਕਹਿੰਦੇ ਨੇ ਉਹਦੀ ਮਿੱਟੀ ਤੇ ਚੱਲੇ ਆ। ਮੇਰੇ ਪਾਤਸ਼ਾਹ ਕਹਿੰਦੇ ਨੇ, ਉਦਨ ਸਰੀਰ ਨੂੰ ਮਿੱਟੀ ਆਖਿਆ ਬੰਦਿਆਂ ਤੋਂ, ਇਹ ਜੀਵਦੇ ਜੀਵ ਹੀ ਸਮਝ ਕੇ ਮਿੱਟੀ ਹੈ। ਇਸ ਮਿੱਟੀ ਦੇ ਨਾਲ ਤੂੰ ਬਹੁਤਾ ਪਿਆਰ ਨਾ ਕਰ। ਜਿਸ ਨੇ ਇਸ ਨੂੰ ਬਣਾਇਆ ਹੈ, ਜਿਸ ਨੇ ਸਵਾਰਿਆ ਸ਼ਿੰਗਾਰਿਆ ਹੈ, ਉਸ ਮਾਲਕ ਨੂੰ ਸਮਝ। ਮੇਰੇ ਸਾਹਿਬ ਜੀ ਕਹਿੰਦੇ ਨੇ, ਸੁਪਨੇ ਜੋ ਧਨ ਪਛਾਨ ਕਾਹੇ ਪਰ ਕਰਤਮਾਨ। ਬਾਰੂ ਕੀ ਭੀਤ ਜੈਸੇ। ਬਾਰੂ ਕਹਿੰਦੇ ਨੇ ਰੇਤ। ਇਹ ਰੇਤ, ਇਹ ਸਰੀਰ ਜਿਹੜਾ ਹੈ ਨਾ, ਮੰਨ ਲੈ ਕਿ ਰੇਤ ਦੀ ਕੰਧ ਹੈ। ਤੇ ਜਿਹੜੀ ਰੇਤ ਦੀ ਕੰਧ ਹੈ ਉਹ ਬਹੁਤਾ ਚਿਰ ਟਿਕਣ ਵਾਲੀ ਨਹੀਂ ਹੁੰਦੀ, ਬਹੁਤਾ ਚਿਰ ਕੱਢਣ ਵਾਲੀ ਨਹੀਂ ਹੁੰਦੀ ਰੇਤ ਦੀ ਕੰਧ। ਬਾਰੂ ਕੀ ਭੀਤ ਜੈਸੇ ਬਸੁਧਾ ਕੋ ਰਾਜ ਹੈ। ਬਸੁਧਾ ਕਹਿੰਦੇ ਨੇ ਧਰਤੀ। ਇਹ ਜਿਹੜਾ ਧਰਤੀ ਦਾ ਰਾਜ ਭਾਗ ਠਾਠ ਬਾਠ ਐਵੇਂ ਨੇ ਜਿਵੇਂ ਰੇਤ ਦੀ ਕੰਧ ਹੋਵੇ। ਇਹ ਸਦਾ ਨਹੀਂ ਰਹਿਣੇ। ਇਹ ਬਹਾਰਾਂ ਜਿਹੜੀਆਂ ਮਿਲੀਆਂ ਨੇ ਸਦਾ ਨਹੀਂ ਰਹਿਣੀਆਂ। ਇਹਨਾਂ ਬਹਾਰਾਂ ਵਿੱਚ ਰਹਿ ਕੇ ਤੂੰ ਰੱਬ ਨੂੰ ਚਿੱਤ ਵਿੱਚ ਚੇਤੇ ਕਰ ਲਿਆ ਕਰ, ਕਿਤੇ ਰੱਬ ਨੂੰ ਯਾਦ ਕਰਿਆ ਕਰ ਜਿਨੇ ਤੈਨੂੰ ਇਹ ਬਹਾਰਾਂ ਬਖਸ਼ੀਆਂ ਨੇ। ਤੇ ਮੇਰਾ ਬਾਪੂ ਕਹਿੰਦਾ, ਨਾਨਕ ਜਨ ਕਹਿਤ ਬਾਤ। ਬਾਤ ਬਾਤ ਕਹਿੰਦੇ ਨੇ ਗੱਲ। ਕਈ ਵਾਰੀ ਕਹਿੰਦੇ ਵੀ ਤੈਨੂੰ ਬਾਤ ਕਹੀ ਸੀ, ਤੂੰ ਮੇਰੀ ਬਾਤ ਨਹੀਂ ਮੰਨੀ। ਬਾਤ ਹਿੰਦੀ ਵਿੱਚ ਕਹਿ ਲਓ, ਮੈਂ ਤੁਹਾਨੂੰ ਬਾਤ ਕਹੀ, ਮੇਰੀ ਤੁਸੀਂ ਬਾਤ ਮੰਨੀ ਨਹੀਂ ਹੈ। ਤੇ ਮੇਰਾ ਗੁਰੂ ਰੋਜ਼ ਸਾਨੂੰ ਕਹਿੰਦਾ, ਬੰਦਿਆ ਮੈਂ ਤੈਨੂੰ ਬਾਤ ਕਹੀ ਹੈ। ਨਾਨਕ ਜਨ ਦਾਸ ਨਾਨਕ ਆਖਦਾ ਹੈ, ਬਿਨਸ ਜਹ ਤੇਰੋ ਗਾਤ। ਗਾਤ ਦਾ ਇੱਥੇ ਅਰਥ ਕਰਾਂਗੇ ਸਰੀਰ। ਤੇ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਮੈਂ ਤੈਨੂੰ ਇੱਕ ਬਾਤ ਦੱਸੀ ਸੀ, ਬਾਤ ਬਤਾਈ ਸੀ ਕਿ ਇਹ ਜਿਹੜਾ ਤੇਰਾ ਸਰੀਰ ਹੈ ਨਾ, ਬਿਨਸਨਹਾਰ ਹੈ, ਇਹ ਮਿੱਟੀ ਦਾ ਪੁਤਲਾ ਹੈ, ਇਹ ਪਾਣੀ ਦਾ ਬੁਲਬੁਲਾ ਹੈ, ਇਹ ਨਾਸ਼ਵੰਤ ਹੈ। ਗਾਤ ਤੋਂ ਭਾਵ ਹੈ ਸਰੀਰ ਬਿਨਸ ਜਾ ਹੈ। ਮੈਂ ਤੈਨੂੰ ਇਹ ਬਾਤ ਦੱਸੀ ਸੀ ਵੀ ਇਹਨੇ ਬਿਨਸ ਜਾਣਾ ਹੈ।
ਛਿਨ ਛਿਨ ਕਰ ਗਇਓ, ਛਿਨ ਛਿਨ ਕਰ ਗਇਓ। ਛਿਨ ਛਿਨ ਤੋਂ ਭਾਵ ਹੈ ਹੌਲੀ ਹੌਲੀ, ਸਲੋਲੀ ਸਲੋਲੀ, ਜਿਸਨੂੰ ਕਹਿੰਦੇ ਆ। ਇਹ ਤੇਰਾ ਕਾਲ ਤੈਸੇ ਜਾਤ ਆਜ ਹੈ। ਕਾਲ, ਕੱਲ ਦਾ ਸਮਾਂ, ਜਿਵੇਂ ਆਪਾਂ ਕਹਿੰਦੇ ਹੁਣ ਦਿਨ ਚੜ੍ਹਿਆ ਹੈ ਨਾ, ਤੇ ਛਿਨ ਛਿਨ ਕਰਕੇ, ਪਲ ਪਲ ਕਰਕੇ, ਮਿੰਟਾਂ ਨਾਲ, ਸਕਿੰਟਾਂ ਦੇ ਨਾਲ ਸੂਈ ਭੱਜਣ ਡਈ ਹੈ। ਸਕਿੰਟਾਂ ਦੀਆਂ ਜਿਹੜੀਆਂ ਸੂਈ ਅੱਗੇ ਮੇਰੇ ਘੜੀ ਲੱਗੀ ਹੈ, ਤੇ ਮੈਨੂੰ ਦਿਸਣ ਡਿਆ ਵੀ ਸਕਿੰਟਾਂ ਦੇ ਨਾਲ ਟਾਈਮ ਭੱਜ ਰਿਹਾ, ਮਿੰਟਾਂ ਨਾਲ। ਛਿਨ ਛਿਨ, ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਛਿਨ ਛਿਨ, ਪਲ ਪਲ ਕਰਕੇ। ਸਵੇਰੇ ਦਿਨ ਚੜਿਆ ਸੀ, ਪਲ ਪਲ ਕਰਕੇ, ਛਿਨ ਛਿਨ ਕਰਕੇ ਭੱਜ ਰਿਹਾ ਹੈ। ਘੜੀ ਨਹੀਂ ਰੁਕ ਰਹੀ, ਨੱਸੀ ਜਾ ਰਹੀ ਹੈ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਮਨੁੱਖਾ ਜਨਮ ਤੈਨੂੰ ਮਿਲਿਆ, ਇਹ ਵੀ ਪਲ ਪਲ ਛਿਨ ਛਿਨ ਕਰਕੇ ਭੱਜਾ ਜਾਂਦਾ ਹੈ। ਇੱਕ 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 ਤੇਰਾ ਸਵਾਸ ਮੁੱਕਦਾ ਜਾ ਰਿਹਾ। ਛਿਨ ਛਿਨ ਪਲ ਪਲ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ। ਬੰਦਿਆ ਦਿਨ ਚੜਿਆ ਹੀ, ਹੁਣ ਦੁਪਹਿਰਾ ਹੋ ਗਿਆ, ਦੁਪਹਿਰੇ ਤੋਂ ਬਾਅਦ ਹੁਣੇ ਲੋਟਲਾ ਹੋ ਜਾਣਾ, ਫਿਰ ਰਾਤ ਪੈ ਜਾਣੀ ਹੈ। ਤੇਰੀ ਵੀ ਇੱਕ ਜੀਵਨ ਦੀ ਰਾਤ ਪੈਣ ਵਾਲੀ ਹੈ। ਤੈਨੂੰ ਸਮਝ ਹੈ ਕੋਈ ਵੀ ਮੈਂ ਕਰਨਾ ਕੀ ਹੈ? ਦਿਨ ਚੜ੍ਹਦਾ ਹੈ ਤੇ ਮਨੁੱਖ ਨੱਸਦਾ ਹੈ ਕਿ ਮੈਂ ਆਪਣੀ ਮੰਜ਼ਿਲ ਤੇ ਜਾਵਾਂ, ਅੱਜ ਮੈਂ ਫਲਾਨਾ ਕੰਮ ਕਰਨਾ ਹੈ। ਪਰ ਤੇਰਾ ਵੀ ਦਿਨ ਰਾਤ ਦੇ ਵਿੱਚ ਤਬਦੀਲ ਹੋਣ ਵਾਲਾ ਹੈ। ਮਨੁੱਖਾ ਜਨਮ ਦਾ ਤੇਰਾ ਵੀ ਜਿਹੜਾ ਸਮਾਂ ਮੁੱਕਣ ਵਾਲਾ ਹੈ। ਤੂੰ ਕਦੀ ਸੋਚਿਆ ਹੈ ਕਿ ਮੈਂ ਕਰਨਾ ਕੀ ਹੈ ਤੇ ਮੈਂ ਕਰਨ ਲਈ ਕੀ ਕਰਨ ਵਾਸਤੇ ਆਇਆ? ਕਦੀ ਨਹੀਂ ਸੋਚਿਆ। ਤੂੰ ਤੇ ਐਵੇਂ ਹੀ ਆਪਣਾ ਸਮਾਂ ਅਜਾਈ ਗਵਾਈ ਜਾ ਰਿਹਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਬਿਨ ਸਜਾ ਹੈ ਤੇਰੋ ਗਾਤ ਸ਼ਰੀਰ, ਛਿਨ ਛਿਨ ਕਰ ਗਇਓ। ਕਾਲ ਤੈਸੇ ਜਾਤ ਆਜ ਹੈ। ਜਿਵੇਂ ਕਾਲ ਸਮਾਂ ਚੱਲੀ ਜਾ ਰਿਹਾ ਹੈ, ਮਨੁੱਖ ਤੇਰਾ ਵੀ ਸਮਾਂ ਚੱਲੀ ਜਾ ਰਿਹਾ ਹੈ, ਤੁਰਿਆ ਜਾ ਰਿਹਾ ਹੈ। ਬੱਚਾ ਜਨਮ ਲੈਂਦਾ, ਇੱਕ ਸਵਾਸ ਆਉਂਦਾ, ਘਟਣਾ ਸ਼ੁਰੂ ਹੋ ਜਾਂਦਾ। ਸਰੀਰ ਉਸਦਾ ਵਧਣਾ ਸ਼ੁਰੂ ਹੁੰਦਾ ਹੈ ਤੇ ਉਮਰ ਉਸਦੀ ਘਟਣੀ ਸ਼ੁਰੂ ਹੁੰਦੀ ਹੈ। ਦਿਨ ਚੜ੍ਹਦਾ ਹੈ, ਦਿਨ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਦਿਨ ਦਾ ਜਿਹੜਾ ਟਾਈਮ ਘਟਣਾ ਸ਼ੁਰੂ ਹੋ ਜਾਂਦਾ। ਮੇਰੇ ਸਾਹਿਬ ਜੀ ਸਾਨੂੰ ਇਹੀ ਸਮਝਾ ਰਹੇ ਨੇ, ਮਨੁੱਖ ਤੇਰਾ ਸਮਾਂ ਘਟਦਾ ਜਾ ਰਿਹਾ, ਜ਼ਿੰਦਗੀ ਦਾ ਘਟਦਾ ਜਾ ਰਿਹਾ ਹੈ। ਓਏ ਪਰਦੇਸੀਆ ਹਾਂ, ਜਿਵੇਂ ਕਹਿੰਦੇ ਨੇ ਓਏ ਪਰਦੇਸੀਆ ਹਾਂ। ਸਾਨੂੰ ਗੁਰੂ ਸਾਹਿਬ ਜੀ ਪਰਦੇਸੀ ਆਖ ਰਹੇ ਨੇ। ਅਸੀਂ ਪਰਦੇਸੀ ਹਾਂ। ਜੇ ਕੋਈ ਭਾਰਤ ਤੋਂ ਇੱਥੇ ਆਇਆ ਤੇ ਉਹਨੂੰ ਕੀ ਕਹਿੰਦੇ ਨੇ? ਪ੍ਰਵਾਸੀ। ਪ੍ਰਵਾਸੀ ਆਖਦੇ ਨੇ। ਇਹ ਪ੍ਰਵਾਸੀ ਹੈ, ਇਹ ਪਰਦੇਸੀ ਹੈ। ਤੇ ਜਿਹੜਾ ਪਰਦੇਸੀ ਹੈ ਉਹਦਾ ਵੀਜ਼ਾ ਖਤਮ ਹੁੰਦਾ ਹੈ ਤੇ ਉਹਨੇ ਕਹਿਣਾ ਵੀ ਹੁਣ ਤੂੰ ਵਾਪਸ ਚੱਲਣਾ, ਵੀ ਵੀਜ਼ਾ ਖਤਮ ਹੋ ਗਿਆ। ਇਹ ਉਦਾਹਰਣ ਮੈਂ ਕੇਵਲ ਦੇ ਰਿਹਾ। ਜਿਹੜੀ ਸਾਨੂੰ ਇਮੀਗ੍ਰੇਸ਼ਨ ਤੋਂ ਸਾਨੂੰ ਸਮਾਂ ਮਿਲਿਆ, ਵੀਜ਼ਾ ਮਿਲਿਆ ਸੀ, ਵੀਜ਼ਾ ਖਤਮ ਹੋ ਗਿਆ, ਹੁਣ ਵਾਪਸ ਜਾਣਾ ਹੈ। ਪਰ ਇੱਥੇ ਤੁਸੀਂ ਕਹਿਣਾ ਭਾਈ ਅਸੀਂ ਤੇ ਵਾਪਸ ਨਹੀਂ ਜਾਂਦੇ, ਜੇ ਆ ਜਾਈਏ ਤੇ ਫਿਰ ਵਰਕ ਪਰਮਿਟ ਲੈ ਕੇ ਕੰਮ ਕਰਨ ਲੱਗ ਪੈਂਦੇ ਹਾਂ, ਅਸੀਂ ਤੇ ਜਾਂਦੇ ਨਹੀਂ, ਹੱਥ ਖੜੇ ਕਰ ਦਿੰਦੇ। ਪਰ ਇਹ ਸੰਸਾਰ ਦੀ ਇੱਕ ਕੰਟਰੀ ਹੈ, ਇੱਥੇ ਮਨੁੱਖਾਂ ਦਾ ਇੱਕ ਦੂਸਰੇ ਨੂੰ ਵੀਜ਼ਾ ਦਿੱਤਾ ਲਿਆ ਹੈ। ਇੱਥੇ ਤੇ ਚੱਲ ਜਾਏਗੀ ਗੱਲ, ਪਰ ਜਿੱਥੋਂ ਤੂੰ ਆਇਆ ਹੈ ਨਾ ਉੱਥੇ ਤੈਨੂੰ ਵਾਪਸ ਜ਼ਰੂਰ ਜਾਣਾ ਪੈਣਾ। ਉਦੋਂ ਨਹੀਂ ਤੂੰ ਕਹਿ ਸਕਦਾ ਵੀ ਮੈਂ ਨਹੀਂ ਜਾਣਾ ਵਾਪਸ। ਉਦੋਂ ਤੇ ਉਹਨਾਂ ਨੇ ਚੁੱਕ ਕੇ ਲੈ ਜਾਣਾ। ਉਹਨਾਂ ਨੇ ਕਹਿਣਾ ਚਲੋ ਸਿਤਾਬ ਦੀਵਾਨ ਬੁਲਾਇਆ। ਉਦੋਂ ਕਹਿਣਾ ਹੈ ਵੀ ਚੱਲ ਦੀਵਾਨ ਨੇ, ਰੱਬ ਨੇ ਬੁਲਾਇਆ ਹੈ, ਉਹਦੀ ਕਚਹਿਰੀ ਚੋਂ ਅਸੀਂ ਮੈਸੇਜ ਲੈ ਕੇ ਆਏ ਹਾਂ, ਤੈਨੂੰ ਤੇਰਾ ਟਾਈਮ ਪੂਰਾ ਹੋ ਗਿਆ, ਤੂੰ ਅਜੇ ਇੱਥੇ ਤੁਰਿਆ ਫਿਰਦਾ ਹੈ। ਚਲੋ ਸਿਤਾਬ ਦੀਵਾਨ ਬੁਲਾਇਆ, ਦਰ ਹਾਲ ਫਰਮਾਨ ਦਰਗਾਹ ਕਾ ਆਇਆ। ਦਰ ਹਾਲ ਤੋਂ ਭਾਵੇਂ ਤੁਰੰਤ ਉੱਥੋਂ ਫਰਮਾਨ ਆਇਆ, ਤੈਨੂੰ ਅਸੀਂ ਲੈਣ ਵਾਸਤੇ ਆਏ ਹਾਂ, ਚੱਲ ਬਈ। ਉਹ ਨਾ ਜਿਸ ਹਾਲਤ ਵਿੱਚ ਹੈ, ਜੇ ਰਸੋਈ 'ਚ ਖਲੋਤਾ ਤਾਂ ਰਸੋਈ 'ਚੋਂ ਲੈ ਤੁਰੇਗਾ, ਜੇ ਗੱਡੀ ਚਲਾ ਰਿਹਾ ਤਾਂ ਉੱਥੋਂ ਹੀ ਲੈ ਜਾਣਾ ਹੈ, ਜੇ ਕਿਤੇ ਕੰਮ ਵਰਕ ਤੇ ਲੱਗਾ ਹੋਇਆ ਤੇ ਉਹਨੇ ਉੱਥੋਂ ਹੀ ਤੋਰ ਲੈਣਾ ਵੀ ਆਪਾਂ ਇਹ ਘਰ ਤੱਕ ਨਹੀਂ ਜਾਣ ਦੇਣਾ ਹੁਣ, ਕਿਉਂਕਿ ਤੇਰਾ ਸਮਾਂ ਹੋ ਗਿਆ। ਜੇ ਕਿਤੇ ਪ੍ਰਦੇਸ਼ ਹੈ ਤੇ ਉਹਨੇ ਪ੍ਰਦੇਸ਼ ਤੋਂ ਘਰ ਤੱਕ ਨਹੀਂ ਪਹੁੰਚਣ ਦੇਣਾ। ਆ ਹੁਣ ਇੱਕ ਖਬਰ ਆਈ ਹੈ, ਕਿਸੇ ਮਾਤਾ ਸੀ ਭਾਰਤ ਤੋਂ ਇੱਥੇ ਵਾਪਸ ਆ ਰਹੇ ਸਨ ਕਨਾਡਾ ਦੀ ਧਰਤੀ ਤੇ, ਜਹਾਜ਼ ਦੇ ਵਿੱਚ ਪ੍ਰਾਣ ਨਿਕਲ ਗਏ। ਉਹਦਾ ਉੱਥੇ ਹੀ ਸਮਾਂ ਸੀ, ਘੰਟਾ 2 ਘੰਟੇ ਰਹਿ ਗਏ ਸਨ, 2 ਘੰਟੇ ਏਅਰਪੋਰਟ ਤੇ ਜਹਾਜ਼ ਲੱਗਣ ਵਾਸਤੇ, ਉਹ ਘਰ ਤੱਕ ਨਹੀਂ ਆਉਣ ਦਿੱਤਾ। 2 ਘੰਟੇ ਸਮਾਂ ਸੀ, ਓਨਲੀ 2 ਘੰਟੇ ਫਲਾਈਟ ਲੈਂਡ ਹੋਣ ਵਾਸਤੇ। ਕਿਹਾ ਬਾਬੇ ਨੇ ਵੀ ਹੁਣ ਤੇਰੇ ਸਵਾਸ ਮੁੱਕ ਗਏ ਨੇ, ਚੱਲ ਇੱਥੋਂ ਹੀ ਚੱਲ ਹੁਣ।
ਛੱਡ ਦੇ ਆਪਣਤ ਹੁਣ ਸਰੀਰ ਦੀ। ਇਹ ਹੁਣ ਗੁਰੂ ਕਹਿ ਰਿਹਾ ਹੈ, ਪਰ ਬੰਦਾ ਮੰਨ ਕੇ ਰਾਜੀ ਨਹੀਂ ਹੈ। ਕਈ ਤੇ ਕੰਨ ਵਲੇਟ ਕੇ ਗਾਂਹ ਚਲੇ ਜਾਂਦੇ ਨੇ ਵੀ ਭਾਈ ਕਹੀ ਜਾ ਰਿਹਾ। ਭਾਈ ਨਹੀਂ ਕਹੀ ਜਾ ਰਿਹਾ, ਗੁਰੂ ਕਹੀ ਜਾ ਰਿਹਾ ਹੈ। ਕਈਆਂ ਨੂੰ ਤੇ ਗੱਲ ਬਰਦਾਸ਼ਤ ਹਜ਼ਮ ਕਰਨੀ ਬੜੀ ਔਖੀ ਹੋ ਜਾਂਦੀ ਹੈ ਵੀ ਕੀ ਕਹੀ ਜਾ ਰਹੇ ਨੇ, ਤੇ ਜਿਨ੍ਹਾਂ ਵਾਸਤੇ ਹਜ਼ਮ ਕਰਨੀ ਔਖੀ ਹੈ, ਸੁਣਨੀ ਔਖੀ ਹੈ, ਤੇ ਜਦੋਂ ਆ ਗਈ ਫਿਰ ਮੰਨਣੀ ਕਿਵੇਂ ਸੌਖੀ ਹੋਵੇਗੀ। ਗੁਰੂ ਪਿਆਰਿਓ, ਗੁਰੂ ਸਵਾਰਿਓ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਓਏ ਪਰਦੇਸੀਆ ਹਾਂ ਸੁਨਤ ਸਦੇਸਿਆ ਹਾਂ। ਤੈਨੂੰ ਸੰਦੇਸ਼ਾ ਦਿੱਤਾ ਜਾ ਰਿਹਾ, ਤੈਨੂੰ ਮੈਸੇਜ ਰੋਜ਼ ਪਾਏ ਜਾ ਰਹੇ ਨੇ। ਮਿੱਤਰ ਨੂੰ ਰੋਜ਼ ਮੈਸੇਜ ਛੱਡਦਾ, ਸਵੇਰੇ ਉੱਠਦਿਆਂ ਹੀ ਗੁੱਡ ਮਾਰਨਿੰਗ ਕਹਿੰਦਾ, ਰੋਜ਼ ਮੈਸੇਜ ਛੱਡਦਾ ਹੈ ਆਪਣੇ ਮਿੱਤਰ ਨੂੰ। ਕਦੀ ਗੁਰੂ ਵੀ ਤੈਨੂੰ ਰੋਜ਼ ਮੈਸੇਜ ਪਾ ਰਿਹਾ, ਤੈਨੂੰ ਰੋਜ਼ ਕਹਿੰਦਾ ਤੂੰ ਪਰਦੇਸੀਆਂ ਓਏ, ਤੂੰ ਪ੍ਰਾਹੁਣਾ ਹੈ, ਤੂੰ ਮਹਿਮਾਨ ਆਇਆ ਹੈ, ਤੇ ਮਹਿਮਾਨ ਬਣ ਕੇ ਰਹਿ। ਪਰਦੇਸੀ ਹੈ ਤੇ ਪ੍ਰਵਾਸੀ ਹੈ, ਤੇ ਪ੍ਰਵਾਸੀ ਬਣ ਕੇ ਰਹਿ। ਤੇ ਜਿਹੜਾ ਪ੍ਰਵਾਸੀ ਹੁੰਦਾ ਹੈ ਉਹਦਾ ਖਿਆਲ ਕਿਸੇ ਹੋਰ ਕੰਟਰੀ 'ਚ ਵਸਦਾ ਹੁੰਦਾ ਹੈ, ਤੇ ਧਿਆਨ ਆਪਣੀ ਕੰਟਰੀ 'ਚ ਹੁੰਦਾ ਵੀ ਮੈਂ ਉਨੇ ਦਿਨਾਂ ਨੂੰ ਤੇ ਵਾਪਸ ਜਾਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਬੰਦਿਆ ਤੂੰ ਵੀ ਇਹ ਸੰਸਾਰ ਤੇ ਆਇਆ ਹੈ, ਤੂੰ ਪ੍ਰਵਾਸੀ ਹੈ, ਤੂੰ ਵੀ ਸੋਚ ਕੇ ਮੈਂ ਵੀ ਇੱਕ ਦਿਨ ਵਾਪਸ ਮੁੜਨਾ ਹੈ। ਕਿੱਥੋਂ ਮੁੜਨਾ ਹੈ? ਵਾਪਸ ਜਾਣਾ ਹੈ। ਜਾਂ ਸਿਉ ਰਾਚ ਰਹੇ ਹਾਂ ਸਭ ਕੋ ਤਜ ਗਏ ਹਾਂ, ਤਜ ਗਏ ਹਾਂ। ਜਾਂ ਸਿਉ ਜਿਨ੍ਹਾਂ ਵਿੱਚ ਤੂੰ ਰਚਿਆ ਮਿਚਿਆ ਪਿਆ, ਜਿਨ੍ਹਾਂ ਵਿੱਚ ਤੂੰ ਦਿਨੇ ਰਾਤ ਘਿਓ ਖਿਚੜੀ ਹੋਇਆ ਰਹਿਣਾ, ਇੰਨੀਆਂ ਤੇਰੀਆਂ ਨੇੜਤਾਵਾਂ ਬਣੀਆਂ ਨੇ, ਜਿਨ੍ਹਾਂ ਦੇ ਵਿੱਚ ਕਹਿੰਦੇ ਨੇ ਫਲਾਣਾ ਤੇ ਫਲਾਣੇ ਦੇ ਵਿੱਚ ਰਚਿਆ ਰਚ ਮਿਚ ਗਿਆ ਹੈ। ਬਿਲਕੁਲ ਸਾਡੇ ਪਰਿਵਾਰ 'ਚ ਰਚ ਮਿਚ ਗਿਆ। ਕੋਈ ਮਿੱਤਰਾਂ ਵਿੱਚ ਰਚ ਮਿਚ ਜਾਂਦਾ ਹੈ, ਕੋਈ ਕਿਹਦੇ ਵਿੱਚ ਰਚ ਮਿਚ ਜਾਂਦਾ, ਕੋਈ ਅਮਲੀਆਂ 'ਚ ਰਚ ਮਿਚ ਜਾਂਦਾ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਸਭ ਕੋ ਤਜ ਗਏ ਹਾਂ। ਬਈ ਜਦੋਂ ਰਚ ਮਿਚ ਵੀ ਗਿਆ ਨਾ, ਤੇ ਉਹਨਾਂ ਨੇ ਇਹ ਨਹੀਂ ਕਹਿਣਾ ਵੀ ਹੁਣ ਤੋਂ ਇਹਨਾਂ ਨਾਲ ਬੜੇ ਰੰਗ ਰਲੀਆਂ ਮਾਰਦਾ, ਰਚਿਆ ਮਿਚਿਆ ਪਿਆ ਹੈ ਨਾ, ਇਹਨਾਂ ਦੇ ਵਿੱਚੋਂ ਲੈ ਕੇ ਜਾਈਏ। ਮੇਰੇ ਸਾਹਿਬ ਜੀ ਕਹਿੰਦੇ ਨੇ ਛੱਡਣਾ ਪੈਣਾ ਹੈ। ਸੁਪਨੇ ਜੋ ਭਏ ਹਾਂ, ਇਹ ਸੁਪਨੇ ਦੀ ਨਿਆਈ ਹੈ ਸੰਸਾਰ। ਹਰ ਨਾਮ ਜਿਨ ਲਏ ਹਾਂ, ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦਾ ਨਾਮ ਲਿਆ ਹੈ, ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਵਸਾਇਆ ਹੈ। ਮੇਰੇ ਸਾਹਿਬ ਜੀ ਕਹਿੰਦੇ, ਤਾਂ ਕੋ ਦੁੱਖ ਸੁਪਨੇ ਵੀ ਨਹੀਂ। ਭਾਈ ਉਹਨਾਂ ਨੂੰ ਦੁੱਖ ਸੁਪਨੇ ਵਿੱਚ ਵੀ ਨਹੀਂ। ਹੁਣ ਕਬੀਰ ਜੀ ਦਾ ਇੱਕ ਮੈਂ ਸ਼ਲੋਕ ਸਾਂਝਾ ਕਰਦਾ। ਕਬੀਰ ਜੀ ਕਹਿੰਦੇ, ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ। ਸੁਪਨੇ ਹੂੰ ਬਰੜਾਏ ਕੈ, ਆਮ ਯਾਦ ਹੋਣਾ ਕਈਆਂ ਨੂੰ ਸ਼ਲੋਕ ਤੇ। ਜਿਹ ਮੁਖ ਨਿਕਸੈ ਰਾਮ, ਤਾਂ ਕੇ ਪਗ ਕੀ ਪਾ ਨਹੀਂ, ਮੇਰੇ ਤਨ ਕੋ ਚਾਮ। ਹੁਣ ਕੋਈ ਇਹੋ ਜਿਹਾ ਬੰਦਾ ਹੈ, ਕੋਈ ਇਹੋ ਜਿਹਾ ਰੱਬ ਦਾ ਪਿਆਰਾ ਹੈ ਵੀ ਜਿਹੜਾ ਰਾਤ ਨੂੰ ਸੁੱਤਿਆਂ ਪਿਆ ਵੀ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇ, ਕੋਈ ਰਾਮ, ਕੋਈ ਖੁਦਾ, ਕੋਈ ਰੱਬ ਦਾ ਨਾਮ ਸੁੱਤਿਆਂ ਪਿਆ ਵੀ ਜਪਦਾ ਹੋਵੇ? ਹੈ ਹੋ ਸਕਦਾ ਕੋਈ ਇਹੋ ਜਿਹਾ? ਬਈ ਬੰਦਾ ਸੁੱਤਾ ਹੋਵੇ ਤੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲਦਾ ਹੋਵੇ, ਬੰਦਾ ਸੁੱਤਾ ਹੈ ਤੇ ਰੱਬ ਦਾ ਨਾਮ ਜਪਦਾ ਹੋਵੇ, ਕੋਈ ਹੋ ਸਕਦਾ ਹੈ? ਧਿਆਨ ਦਿਆ ਜੀ, ਹੋ ਸਕਦਾ। ਕਿਵੇਂ ਹੋ ਸਕਦਾ? ਜਦੋਂ ਇਮਤਿਹਾਨ ਹੁੰਦੇ ਨੇ ਨਾ, ਬੱਚਿਆਂ ਦੇ ਪੇਪਰ ਹੁੰਦੇ ਨੇ, ਮੈਂ ਉਦਾਹਰਣ ਦੇ ਸਕਦਾ। ਇਮਤਿਹਾਨ ਹੁੰਦੇ ਨੇ ਬੱਚਿਆਂ ਦੇ, ਜਦੋਂ ਪੇਪਰ ਹੁੰਦੇ ਨੇ ਤੇ ਪੇਪਰਾਂ ਦੇ ਵਿੱਚ ਬੱਚੇ 8-8, 9-9, 10-10 ਘੰਟੇ ਪੜ੍ਹਦੇ ਨੇ। ਸਵੇਰੇ ਵੀ ਪੜ੍ਹਦੇ ਨੇ, ਦੁਪਹਿਰੇ ਵੀ ਪੜ੍ਹਦੇ ਨੇ, ਸ਼ਾਮ ਨੂੰ ਵੀ ਪੜ੍ਹਦੇ ਨੇ। ਉਹਨਾਂ ਦਾ ਇੱਕ ਖਿਆਲ ਹੁੰਦਾ ਹੈ ਕਿ ਮੈਂ ਪਾਸ ਹੋਣਾ ਹੈ, ਤੇ ਪਾਸ ਹੋਣ ਵਾਸਤੇ ਉਹ ਕਿਤਾਬਾਂ ਪੜ੍ਹਦੇ ਰਹਿੰਦੇ ਨੇ। ਉਹਨਾਂ ਕਿਤਾਬਾਂ ਨੂੰ ਫਲੋਰਦੇ ਰਹਿੰਦੇ ਨੇ, ਧਿਆਨ ਰੱਖਦੇ ਨੇ, ਬਿਲਕੁਲ ਉਹਨਾਂ ਨੂੰ ਵਾਰ-ਵਾਰ ਦ੍ਰਿੜ ਕਰਦੇ, ਉਹਨਾਂ ਨੂੰ ਵਾਰ-ਵਾਰ ਅੰਦਰ ਯਾਦ ਕਰਦੇ ਰਹਿੰਦੇ ਨੇ। ਤੇ ਕਈ ਵਾਰੀ ਸੁਪਨੇ ਦੇ ਵਿੱਚ ਵੀ ਉਹ ਮਜ਼ਮੂਨ ਬਣਾਉਂਦੇ ਰਹਿੰਦੇ ਨੇ, ਬਰੜਾਉਂਦੇ ਵੀ ਹੋਏ ਵੀ ਰਾਤ ਨੂੰ ਸੁੱਤੇ ਸੁੱਤੇ ਵੀ ਬੋਲੀ ਤੁਰੇ ਜਾ ਰਹੇ ਹੁੰਦੇ ਨੇ, ਸੁੱਤੇ ਸੁੱਤੇ ਵੀ ਬੋਲ ਰਹੇ ਹੁੰਦੇ ਨੇ। ਬੰਦਿਆ ਤੂੰ ਦਿਨੇ ਰਾਤ ਰੱਬ ਦੇ ਨਾਮ ਦੇ ਵਿੱਚ ਜੁੜ ਜਾ, ਕੰਮਕਾਰ ਹੱਥਾਂ ਨਾਲ ਕਰੀ ਜਾ, ਤੇ ਜਿਹੜਾ ਰੋਜ਼ ਹੁਕਮਨਾਮਾ ਆਏ ਨਾ ਉਹਨੂੰ ਦ੍ਰਿੜ ਕਰੀ ਜਾ, ਵਾਰ-ਵਾਰ ਪੜ੍ਹੀ ਜਾ, ਵਾਰ-ਵਾਰ ਪੜ੍ਹੀ ਜਾ।
ਵਾਰ ਵਾਰ ਬਾਣੀ ਨੂੰ ਤੂੰ ਚਿੱਤ, ਜੇ ਤੈਨੂੰ ਜਪਜੀ ਸਾਹਿਬ ਯਾਦ ਹੈ, ਜਿਹੜੀ ਤੈਨੂੰ ਬਾਣੀ ਜਿੰਨਾ ਵੀ ਤੈਨੂੰ ਸ਼ਬਦ ਯਾਦ ਨੇ ਉਹਨੂੰ ਪੜ੍ਹੀ ਜਾ, ਵੇਖੀ ਫਿਰ ਤੇਰੇ ਰਾਤ ਨੂੰ ਵੀ ਤੇਰੇ ਅੰਦਰੋਂ ਸ਼ਬਦ ਹੀ ਚੱਲਦਾ ਹੋਵੇਗਾ, ਰਾਤ ਨੂੰ ਵੀ ਕੋਈ ਨਾ ਕੋਈ ਮਜ਼ਮੂਨ ਬਣਦਾ ਹੀ ਹੋਵੇਗਾ, ਰਾਤ ਨੂੰ ਵੀ ਤੇਰੇ ਅੰਦਰ ਫੁਰਨੇ ਫੁਰਦੇ ਹੋਣਗੇ, ਖਿਆਲ ਚੱਲਦਾ ਹੋਵੇਗਾ, ਸੁੱਤਾ ਤੂੰ ਜ਼ਰੂਰ ਹੋਵੇਗਾ। ਪਰ ਜਿਹੜਾ ਮਨ ਹੈ ਨਾ, ਜਿਵੇਂ ਹਾਰਡ ਆਟੋਮੈਟਿਕਲੀ ਸਾਡਾ ਚੱਲਦਾ, ਅਸੀਂ ਆਪ ਤੇ ਨਾ ਚਲਾਉਂਦੇ ਸੁੱਤੇ ਹੋਇਆ, ਸਾਡੇ ਜਿਹੜਾ ਖੂਨ ਹੈ ਉਹ ਆਪਣੇ ਆਪ ਚੱਲਦਾ ਰਹਿੰਦਾ ਹੈ, ਫਿਲਟਰ ਵੀ ਹੁੰਦਾ ਰਹਿੰਦਾ, ਸਾਫ਼ ਵੀ ਹੁੰਦਾ ਰਹਿੰਦਾ। ਤੇ ਮੇਰੇ ਪਾਤਸ਼ਾਹ ਧਿਆਨ ਦਿਆ ਜੇ, ਤੇ ਜਿਹੜਾ ਅਸੀਂ ਪ੍ਰਸ਼ਾਦਾ ਛਕ ਕੇ ਸੌਂਦੇ ਹਾਂ, ਡਾਈਜੈਸਟ ਆਪਣੇ ਆਟੋਮੈਟਿਕਲੀ ਹੁੰਦਾ ਰਹਿੰਦਾ, ਅਸੀਂ ਤੇ ਨਹੀਂ ਨਾ ਕਰਦੇ। ਰੱਬ ਨੇ ਸਿਸਟਮ ਬਣਾਏ ਨੇ, ਤੇਰੇ ਅੰਦਰ ਉਹ ਸਿਸਟਮ ਇਹੋ ਜਿਹਾ ਜਿਹੜਾ ਫਿੱਟ ਰੱਬ ਨੇ ਕਰ ਦਿੱਤਾ, ਤੇਰੇ ਅੰਦਰ ਉਹ ਫਿਰ ਗੁਰੂ ਦਾ ਸ਼ਬਦ ਵੀ ਚੱਲਦਾ ਰਹੇ। ਕਈ ਵਾਰੀ ਵੇਖਿਆ ਸੁਪਨੇ ਦੇ ਵਿੱਚ ਨਿਆਣੇ ਜਦੋਂ ਬਰੜਾਉਂਦੇ ਨੇ ਨਾ, ਤੇ ਕੁਝ ਨਾ ਕੁਝ ਬੋਲੀ ਜਾਂਦੇ ਨੇ, ਜੋ ਉਹਨਾਂ ਦੇ ਅੱਖਾਂ ਨਾਲ ਉਹਨਾਂ ਨੇ ਦਿਨੇ ਵੇਖਿਆ ਹੁੰਦਾ ਹੈ, ਉਹ ਉਹਨਾਂ ਦੇ ਅੱਖਾਂ ਦੇ ਵਿੱਚ ਦਿਨੇ ਵੇਖਿਆ ਹੁੰਦਾ ਹੈ, ਦ੍ਰਿਸ਼ ਅੰਦਰ ਚਲੇ ਜਾਂਦਾ ਹੈ, ਤੇ ਉਹ ਦ੍ਰਿਸ਼ ਵੇਖਦੇ ਰਹਿੰਦੇ ਨੇ, ਉਹੋ ਹੀ ਸੁਪਨਾ ਆਉਂਦਾ ਹੈ। ਤੇ ਜੋ ਉਹਨਾਂ ਨੇ ਕੰਨਾਂ ਨਾਲ ਸੁਣਿਆ ਹੁੰਦਾ ਹੈ, ਉਹ ਹੀ ਉਹਨਾਂ ਦੇ ਅੰਦਰ ਚੱਲਦਾ ਰਹਿੰਦਾ ਹੈ। ਮੇਰਾ ਗੁਰੂ ਕਹਿੰਦਾ ਹੈ, ਬੰਦਿਆ ਤੂੰ ਗੁਰੂ ਕੀ ਬਾਣੀ ਨੂੰ ਪੜ੍ਹਿਆ ਕਰ, ਸੁਣਿਆ ਕਰ, ਤੇ ਸੁਪਨੇ ਅੰਦਰ ਵੀ ਤੇਰੇ ਰੋਮਾਂ ਦੇ ਵਿੱਚੋਂ ਵੀ ਆਵਾਜ਼ ਆਉਣੀ ਸ਼ੁਰੂ ਹੋ ਜਾਏਗੀ, ਗੁਰਮੁਖ ਰੋਮ ਰੋਮ ਹਰ ਧਿਆਵੈ। ਕਬੀਰ ਜੀ ਕਹਿੰਦੇ ਨੇ, ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਜਿਸ ਮਨੁੱਖ ਦੇ ਪਰਮਾਤਮਾ ਦਾ ਰਾਮ ਤੋਂ ਭਾਵ ਹੈ, ਰਮੇ ਹੋਏ ਪਰਮਾਤਮਾ ਦਾ ਨਾਮ ਮੂੰਹ ਵਿੱਚੋਂ ਨਿਕਲਦਾ ਹੈ ਨਾ, ਭਗਤ ਕਬੀਰ ਜੀ ਕਹਿੰਦੇ ਨੇ, ਤਾਂ ਕਿ ਪੱਗ ਕੀ, ਪੱਗ ਕਹਿੰਦੇ ਨੇ ਪੈਰ, ਉਸ ਮਨੁੱਖ ਦੇ ਪੈਰਾਂ ਦੀ, ਮੇਰੇ ਤਨ ਦੇ ਚੰਮ ਦੀ ਜੁੱਤੀ ਵੀ ਮੈਂ ਆਪਣਾ ਤਨ ਦੀ, ਉਹਦੇ ਪੈਰਾਂ ਵਿੱਚ ਪਾਉਣ ਵਾਸਤੇ ਆਪਣੇ ਤਨ ਦੀ ਮੈਂ ਜੁੱਤੀ ਬਣਾਉਣ ਲਈ ਤਿਆਰ ਹਾਂ, ਆਪਣਾ ਚੰਮ ਲਾ ਕੇ ਉਹਨੂੰ ਦੇਣ ਲਈ ਤਿਆਰ ਹਾਂ, ਕਿ ਜਿਹੜਾ ਰੱਬ ਦਾ ਸਿਮਰਨ ਕਰਦਾ ਹੈ, ਬੰਦਗੀ ਵਿੱਚ ਜੁੜਦਾ ਹੈ, ਮੇਰੇ ਤਨ ਦਾ ਚੰਮ ਹੋਵੇ ਤੇ ਉਹਦੇ ਪੈਰਾਂ ਦੀ ਜੁੱਤੀ ਹੋਵੇ। ਜਿਹੜਾ ਦਿਨੇ ਰਾਤ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਬੰਦਗੀ ਵਿੱਚ ਜੁੜਦਾ ਹੈ, ਪਰ ਬੰਦਗੀ ਵਿੱਚ ਜਿਹੜੇ ਜੁੜ ਜਾਂਦੇ ਨੇ, ਜਿਹੜੇ ਅੰਦਰੋਂ ਭਿੱਜ ਜਾਂਦੇ ਨੇ, ਜਿਹੜਾ ਅੰਦਰੋਂ ਖਿਆਲ ਰੱਖਦੇ ਨੇ, ਤੇ ਸੱਚ ਜਾਣਿਓ ਇਹ ਤੁਰੇ ਫਿਰਦੇ ਵੀ ਵਾਹਿਗੁਰੂ ਉਹਨਾਂ ਦੇ ਅੰਦਰ ਚੱਲਦਾ ਹੈ। ਕਾਰ ਵਿਹਾਰ ਸੰਸਾਰ ਦੇ ਕੰਮ ਕਾਰ ਕਰਦਿਆਂ ਵੀ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਚੱਲਦਾ ਹੈ। ਅੱਜ ਦੇ ਸ਼ਬਦ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਜਾਂ ਕਾ ਹਰ ਵਸਿਆ ਮਨ ਮਾਹੀ। ਹੇ ਭਾਈ, ਜਿਸ ਮਨੁੱਖ ਦੇ ਮਨ ਦੇ ਵਿੱਚ, ਤਨ ਦੀ ਗੱਲ ਨਹੀਂ ਹੈ, ਮਨ ਵਿੱਚ ਸਾਡੇ ਫੁਰਨੇ ਚਾਹੀਦੇ ਨੇ, ਖਿਆਲ ਚੰਗੇ ਆਉਣੇ ਚਾਹੀਦੇ ਨੇ, ਗੁਰੂ ਸ਼ਬਦ ਦੇ ਰਾਹੀਂ ਆਉਣੇ ਚਾਹੀਦੇ ਨੇ। ਫਿਰ ਜੋ ਮਨ ਵਿੱਚ ਚੱਲਦਾ ਹੈ ਉਹ ਰਾਤ ਨੂੰ ਵੀ ਤੁਰਦਾ ਰਹਿੰਦਾ ਹੈ। ਫੁਰਨੇ ਜਿਹੜੇ ਨੇ ਗੁਰੂ ਦੇ ਸ਼ਬਦ ਦੇ ਆਉਂਦੇ ਨੇ। ਫਿਰ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਪਏ ਨੇ, ਅੱਗੇ ਕਹਿੰਦੇ ਨੇ, ਤਾਂ ਕੋ ਦੁੱਖ ਸੁਪਨੇ ਵੀ ਨਾਹੀ। ਉਹ ਸੁਪਨੇ ਵਿੱਚ ਵੀ ਨਹੀਂ ਦੁਖੀ ਹੁੰਦਾ, ਪਰ ਜਿਨ੍ਹਾਂ ਦੇ ਅੰਦਰ ਕਦੀ ਚਿੱਤ ਵਿੱਚ ਚੇਤਾ ਨਹੀਂ, ਉਹ ਰਾਜ ਮਹਿਲਾਂ ਵਿੱਚ ਪਿਆ ਵੀ ਦੁਖੀ ਹੁੰਦਾ ਰਹਿੰਦਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਭਗਤ ਰਵਿਦਾਸ ਜੀ ਕਹਿੰਦੇ ਨੇ, ਸਾਡੀ ਉਹ ਹਾਲਤ ਹੋਈ ਹੈ, ਸਾਨੂੰ ਮਨੁੱਖਾ ਜਨਮ ਸਾਰਿਆਂ ਤੋਂ ਸਰਦਾਰੀ ਰੱਬ ਨੇ ਸਾਨੂੰ ਬਖਸ਼ੀ ਹੈ, ਸਾਨੂੰ ਸਾਰਿਆਂ ਤੋਂ ਸ਼੍ਰੋਮਣੀ ਇਹ ਜਨਮ ਦਿੱਤਾ ਹੈ, ਪਰ ਅਸੀਂ ਫਿਰ ਵੀ ਦੁਖੀ ਹੋ ਰਹੇ ਹਾਂ। ਰੱਬ ਨੇ ਸਾਨੂੰ ਸਮਝ ਦਿੱਤੀ ਹੈ, ਪਰ ਅਸੀਂ ਫਿਰ ਵੀ ਅਸੀਂ ਦੁਖੀ ਹੋ ਰਹੇ ਹਾਂ। ਕਿਉਂ ਦੁਖੀ ਹੋ ਰਹੇ ਹਾਂ? ਕਿ ਗੁਰੂ ਦੇ ਆਸ਼ੇ ਅਨੁਸਾਰ ਜਿਉਂਦੇ ਨਹੀਂ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਤੇ ਜਿਹਨਾਂ ਨੇ ਨਾਮ ਜਪਿਆ, ਜਿਹੜੇ ਅੰਦਰ ਹਿਰਦੇ ਦੇ ਵਿੱਚ ਗੁਰੂ ਨੂੰ ਵਸਾ ਲੈਂਦੇ ਨੇ, ਤਾਂ ਕਾ ਦਰਸ਼ ਪਾਈਐ ਵੱਡ ਭਾਗੀ। ਹੇ ਭਾਈ, ਉਹਨਾਂ ਦਾ ਦਰਸ਼ਨ, ਨਾਮ ਜਪਣ ਵਾਲਿਆਂ ਦਾ ਦਰਸ਼ਨ ਵੱਡਿਆਂ ਭਾਗਾਂ ਨਾਲ ਹੁੰਦਾ ਹੈ। ਤੇ ਬਾਣੀ ਵਿੱਚ ਪੜ੍ਹਦੇ ਹਾਂ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿਨਾ ਕਹਿ ਲੈਣ ਜੋ ਤੇਰਾ ਨਾਮ। ਜਿਹੜੇ ਤੇਰੇ ਨਾਂ ਲੈਂਦੇ ਨੇ, ਮੈਂ ਦਾਤਿਆ ਉਹਨਾਂ ਤੋਂ ਕੁਰਬਾਨ ਜਾਵਾਂ। ਜਾਂ ਕਿ ਰਾਮ ਨਾਮ ਲਿਵ ਲਾਗੀ, ਜਾਂ ਕਿ ਜਿਸ ਮਨੁੱਖ ਦੀ ਰਾਮ ਤੋਂ ਭਾਵ ਹੈ ਰਮੇ ਹੋਏ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਿਵ ਲੱਗ ਗਈ। ਹੁਣ ਲਿਵ ਲੱਗੀ ਸੀ, ਬਾਹਰ ਵੇਖੋ, ਆ ਥੋੜਾ ਜਿਹੀ ਗਰਮੀ ਹੋ ਜਾਏ ਨਾ, ਕਿਧਰੇ 20 ਡਿਗਰੀ ਹੋ ਜਾਏ ਤੇ ਬੰਦਾ ਤੜਫਣ ਜਿਹਾ ਲੱਗ ਜਾਂਦਾ। 20, 25, 30 ਤੱਕ ਤੇ ਬਸ ਹਾਲ ਤੋਂ ਬੇਹਾਲ ਹੀ ਹੋ ਜਾਂਦਾ ਹੈ ਨਾ। ਵੇਖੋ, ਜਿੱਥੇ ਤੇਰੀ ਲਿਵ ਲੱਗੀ ਸੀ ਨਾ ਰੱਬ ਦੇ ਨਾਲ, ਉੱਥੇ 98 ਡਿਗਰੀ ਹੈ ਤਾਪਮਾਨ।
ਮਾਂ ਦੀ ਕੁੱਖ ਵਿੱਚ 98 ਡਿਗਰੀ ਤਾਪਮਾਨ ਰਹਿੰਦਾ ਹੈ, ਤੇ ਜੇ 100 ਡਿਗਰੀ ਹੋ ਜਾਏ ਨਾ ਤੇ ਦਵਾਈ ਲੈਣੀ ਪੈਂਦੀ ਹੈ। ਕਹਿੰਦੇ ਨੇ ਬੁਖਾਰ ਹੋ ਗਿਆ, ਇਹਨੂੰ ਤਾਪ ਚੜ ਗਿਆ, ਤੱਤਾ ਪਿੰਡਾ ਹੋ ਜਾਂਦਾ ਹੈ, ਤਾਪ ਚੜ ਗਿਆ ਹੈ। 101 ਬੁਖਾਰ ਹੋ ਜਾਵੇ ਤੇ ਬੰਦਾ ਉੱਠਦਾ ਹੀ ਨਹੀਂ ਮੰਜੇ ਤੋਂ ਪਿਆ ਹੋਇਆ, ਕਹਿੰਦਾ ਮੈਨੂੰ ਤੇ ਤਾਪ ਚੜਿਆ ਹੋਇਆ, ਮੈਂ ਨਹੀਂ ਕੁਝ ਹਿੱਲ ਜੁਲ ਸਕਦਾ। ਤੇ ਜਿੱਥੇ 98 ਡਿਗਰੀ ਅੱਗ ਹੈ, 98 ਡਿਗਰੀ ਤਾਪਮਾਨ ਹੈ, ਬੰਦਿਆ ਤੇਰੀ ਲਿਵ ਉੱਥੇ ਰੱਬ ਨਾਲ ਜੁੜੀ ਸੀ, ਰੱਬ ਨੇ ਵੇਖ ਤੈਨੂੰ ਉੱਥੇ ਵੀ ਬਚਾ ਲਿਆ। ਲਿਵ ਜੁੜੀ ਸੀ ਤੇ ਤੈਨੂੰ ਰੱਬ ਨੇ ਉੱਥੇ ਬਚਾ ਲਿਆ। ਇਹ ਜਿੰਨੀਆਂ ਮਰਜ਼ੀ ਭਾਵੇਂ ਬਾਹਰ ਦੀਆਂ ਅੱਗਾਂ ਦੇ ਭਾਂਬੜ ਮੱਚ ਰਹੇ ਨੇ, ਜੇ 98 ਡਿਗਰੀ ਤੇ ਵਿੱਚ ਬਚਾ ਸਕਦਾ ਹੈ ਤੇ ਤੇਰੀ ਲਿਵ ਜੇ ਰੱਬ ਨਾਲ ਜੁੜੀ ਹੋਵੇ ਤੇ ਰੱਬ ਤੈਨੂੰ ਇੱਥੇ ਵੀ ਬਚਾ ਸਕਦਾ ਹੈ। ਪਰ ਲਿਵ ਤੇਰੀ ਜੁੜੀ ਹੋਣੀ ਚਾਹੀਦੀ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਧਿਆਨ ਦਿਓ, ਤਾਂ ਕਾ ਦਰਸ਼ ਪਾਈਐ ਵਡ ਭਾਗੀ, ਜਾਂ ਕੀ ਰਾਮ ਨਾਮ ਲਿਵ ਲਾਗੀ। ਜਾਂ ਕਿ ਜਿਸ ਮਨੁੱਖ ਦੀ ਪ੍ਰਮਾਤਮਾ ਦੇ ਨਾਮ ਦੇ ਨਾਲ ਲਿਵ ਲੱਗੀ ਹੈ, ਉਹਨੂੰ ਦੁੱਖ ਸੁਪਨੇ ਵਿੱਚ ਵੀ ਨਹੀਂ ਆਉਂਦਾ। ਰਹਾਓ, ਸਰਬ ਨਿਧਾਨ ਰਾਖੇ ਜਨ ਮਾਹੇ। ਨਿਧਾਨ ਦੇ ਅਰਥ ਕਰਾਂਗੇ ਖਜ਼ਾਨੇ। ਆ ਸਾਰੇ ਕੰਟਰੀਆਂ ਦੇ ਆਪੋ ਆਪਣੇ ਖਜ਼ਾਨੇ ਹੁੰਦੇ ਨੇ, ਤੇ ਖਜ਼ਾਨਾ ਮੰਤਰੀ ਹੁੰਦਾ ਹੈ। ਤੇ ਉਹ ਖਜ਼ਾਨਿਆਂ ਦਾ ਘਰਾਂ ਵਿੱਚ ਵੀ ਖਜ਼ਾਨਚੀ ਕੋਈ ਹੁੰਦਾ, ਖਾਸ ਮਨੁੱਖ ਹੁੰਦਾ ਵੀ ਉਹਦੇ ਕੋਲ ਹੀ ਹੁੰਦੇ ਨੇ। ਅੱਜ ਕੱਲ੍ਹ ਤੇ ਮੈਂ ਵੇਖਿਆ ਸਾਰੇ ਖਜ਼ਾਨਚੀ ਨੇ। ਨਿੱਕੇ ਨਿੱਕੇ ਨਿਆਣਿਆਂ ਨੇ ਆਪੋ ਆਪਣੇ ਕੰਮ ਕਰਦੇ ਨੇ, ਆਪੋ ਆਪਣੇ ਅਕਾਊਂਟ ਖਲਾਏ ਹੋਏ ਨੇ, ਆਪੋ ਆਪਣਾ ਕੰਮ ਕਰਨਾ, ਨਾ ਕਿਸੇ ਦੇ ਡਿਪੈਂਡ ਰਹਿਣਾ ਹੀ ਨਹੀਂ ਜੀ, ਆਪੋ ਆਪਣੇ ਸਾਰੇ ਖਜ਼ਾਨਚੀ ਨੇ। ਮੇਰੇ ਸਾਹਿਬ ਜੀ ਕਹਿੰਦੇ ਨੇ, ਇਸ ਕਿਹੜੇ ਖਜ਼ਾਨੇ ਦੀ ਗੱਲ ਕਰਦੇ ਨੇ ਜਿਹਨੂੰ ਅਸੀਂ ਨਾਮ ਦਾ ਖਜ਼ਾਨਾ ਕਹਿੰਦੇ ਹਾਂ। ਨਾਮ ਦਾ ਖਜ਼ਾਨਾ ਮੇਰੇ ਸਾਹਿਬ ਬਖਸ਼ਿਸ਼ ਕਰਦੇ ਨੇ, ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮੈਂ ਖਜ਼ਾਨਚੀ ਹੋਵਾਂ, ਖਜ਼ਾਨਾ ਮੇਰਾ ਆਪਣਾ ਹੋਵੇ, ਮੈਂ ਕਿਸੇ ਤੇ ਡਿਪੈਂਡ ਨਾ ਹੋਵਾਂ, ਮੈਂ ਕਿਸੇ ਕੋਲੋਂ ਮੰਗਾ ਨਾ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ, ਫਿਰ ਬੰਦਿਆ ਜਿਵੇਂ ਦੁਨਿਆਵੀ ਖਜ਼ਾਨਾ ਤੂੰ ਆਪਣਾ ਚਾਹੁੰਦਾ ਹੈ ਨਾ, ਫਿਰ ਨਾਮ ਦਾ ਖਜ਼ਾਨਾ ਵੀ ਤੇਰਾ ਆਪਣਾ ਹੀ ਹੋਣਾ ਚਾਹੀਦਾ। ਨਾਮ ਦਾ ਖਜ਼ਾਨਾ ਤੂੰ ਨਾਮ ਨਾਲ ਜੁੜ। ਮੇਰੇ ਸਾਹਿਬ ਜੀ ਕਹਿੰਦੇ ਨੇ, ਧਿਆਨ ਦਿਆ ਜੇ, ਸਰਬ ਨਿਧਾਨ ਰਾਖੈ ਜਨ ਮਾਹੇ, ਤਾਂ ਕੈ ਸੰਗ ਕਿਲ ਵਿਖ ਦੁਖ ਜਾਏ। ਦੁਨਿਆਵੀ ਖਜ਼ਾਨਾ ਹੋਵੇ ਤੇ ਮਨੁੱਖ ਸੁਖੀ ਮਹਿਸੂਸ ਕਰਦਾ ਹੈ। ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ ਨਾ, ਉਹਨੂੰ ਸਾਰੇ ਉਸ ਮਨੁੱਖ ਨੂੰ ਸੁੱਖ ਮਿਲ ਜਾਂਦੇ ਨੇ। ਜਨ ਕੀ ਮਹਿਮਾ ਕਥੀ ਨਾ ਜਾਏ। ਕਥੀ ਤੋਂ ਭਾਵ ਹੈ ਬਿਆਨ। ਜਿਹੜਾ ਉਸ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਨੂੰ ਇਕੱਠਾ ਕਰ ਲੈਂਦਾ, ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਪਾਰ ਬ੍ਰਹਮ ਜਨ ਰਹਿਆ ਸਮਾਏ, ਕਰ ਕਿਰਪਾ ਪ੍ਰਭ ਬਿਨੋ ਸੁਨੀਜੈ। ਹੈ ਭਾਈ, ਜਨ ਰੱਬ ਦਾ ਸੇਵਕ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਹੈ, ਉਹ ਇੰਨਾ ਨੇੜੇ ਹੋ ਗਿਆ ਹੈ ਜਿਵੇਂ ਸਮੁੰਦਰ ਦੇ ਵਿੱਚੋਂ ਤਰੰਗਾਂ ਲਹਿਰਾਂ ਉੱਠਦੀਆਂ, ਤੇ ਫਿਰ ਲਹਿਰਾਂ ਉੱਠਦੀਆਂ ਨੇ ਅਖਵਾਉਂਦੀਆਂ ਲਹਿਰਾਂ, ਫਿਰ ਵਿੱਚ ਸਮਾਉਂਦੀਆਂ ਨੇ, ਸਮੁੰਦਰ ਦਾ ਰੂਪ ਬਣ ਜਾਂਦੀਆਂ ਨੇ। ਜਿਹੜੇ ਨਾਮ ਜਪਣ ਵਾਲੇ ਨੇ ਉਹ ਪ੍ਰਮਾਤਮਾ ਦਾ ਹੀ ਰੂਪ ਬਣ ਜਾਂਦੇ ਨੇ। ਜਾਂ ਕੈ ਹਿਰਦੈ ਵਸਿਆ ਮਨ ਮਾਹੇ। ਤੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਜਨ ਕੀ ਮਹਿਮਾ ਕਥੀ ਨ ਜਾਏ, ਪਾਰ ਬ੍ਰਹਮ ਜਨ ਰਿਹਾ ਸਮਾਏ। ਕਰ ਕਿਰਪਾ ਪ੍ਰਭ ਬਿਨੋ ਸੁਨੀਜੈ। ਹੇ ਦਾਤਾ ਮੇਰੀ ਬੇਨਤੀ ਸੁਣ, ਕੀ ਕਰ ਦਾਸ ਕੀ ਧੂਰ ਨਾਨਕ ਕਉ ਦੀਜੈ। ਜਿਹੜੇ ਤੇਰੇ ਨਾਮ ਜਪਣ ਵਾਲੇ ਨੇ ਨਾ, ਮੈਨੂੰ ਉਹਨਾਂ ਚਰਨਾਂ ਦੀ ਧੂੜ ਦੇ ਦੇ। ਤੇ ਰੋਜ਼ ਪੜ੍ਹਦੇ ਸੁਣਦੇ ਆ, ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ। ਫਲ ਤੇ ਵੇਹੋ ਪਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ। ਕਿਹਨਾਂ ਦੀ? ਜਾਂ ਕੈ ਹਿਰਦੈ ਵਸਿਆ ਮਨ ਮਾਹੀ। ਜਿਨ੍ਹਾਂ ਦੇ ਹਿਰਦੇ ਵਿੱਚ ਦਾਤਿਆ ਤੂੰ ਬਸ ਜਾਣੈ, ਤੇ ਉਹਨਾਂ ਦੇ ਕਿਰੇ ਚਰਨਾਂ ਦੀ ਧੂੜ ਮਿਲ ਜਾਵੇ ਨਾ, ਸੱਚ ਜਾਣਿਓ ਲੋਕ ਤੇ ਪਰਲੋਕ ਸਵਰ ਜਾਂਦੇ ਨੇ। ਭੁੱਲਾਂ ਨਾ ਚਤਾਰਦੇ ਆ। ਸੀਸ ਦਿਆ ਜੇ ਮੈਂ ਆਪ ਜੁੜਾਂ, ਸੰਗਤਾਂ ਨੂੰ ਜੋੜ ਸਕਾਂ। ਤੇ ਮਨ ਦੇ ਵਿੱਚ ਇਹ ਬਲਬਲਾ ਜ਼ਰੂਰ ਲੈ ਕੇ ਸਾਰੇ ਜਾਇਆ ਜੇ, ਪਾਤਸ਼ਾਹ ਤੇਰੇ ਨਾਮ ਜਪਣ ਵਾਲਿਆਂ ਦੀ ਚਰਨਾਂ ਦੀ ਧੂੜ ਮਿਲ ਜਾਏ, ਤੇਰਾ ਨਾਮ ਸਾਡੇ ਹਿਰਦੇ ਵਿੱਚ ਵਸਦਾ ਹੈ। ਤੇ ਇਹ ਧੂੜ ਜਿੱਥੇ ਆਪਾਂ ਬੈਠੇ ਹਾਂ ਇੱਥੇ ਮਿਲ ਸਕਦੀ ਹੈ, ਪੱਬ ਕਲੱਬ ਵਿੱਚ ਨਹੀਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ, ਜਿੱਥੇ ਲੜੀਵਾਰ ਸ਼ਬਦ ਦੀ ਵਿਚਾਰ ਆਪਾਂ ਕਰ ਤੇ ਸੁਣ ਰਹੇ ਸਾਂ, ਹੁਣ ਉੱਥੇ ਆਓ ਮਨ ਦੀ ਬਿਰਤੀਆਂ ਨੂੰ ਬਣਾ ਕੇ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਭਾਗੋਵਾਲੀਆ ਕਵਿਸ਼ਰੀ ਜਥਾ ਪਹੁੰਚ ਚੁੱਕਾ ਹੈ। ਉਹਨਾਂ ਦੇ ਪ੍ਰਥਾਏ ਅਨਾਉਂਸਮੈਂਟ ਹੁਣ ਸਾਡੇ ਸਤਿਕਾਰਯੋਗ ਗਿਆਨੀ ਗੁਰਚਰਨ ਸਿੰਘ ਜੀ ਉਹ ਕਰਨਗੇ। ਅਗਲਾ ਪ੍ਰੋਗਰਾਮ ਉਹਨਾਂ ਪਾਸੋਂ ਆਪ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਲੜੀਵਾਰ ਵਿਚਾਰ ਸਾਂਝੀ ਕਰ ਰਹੇ ਸਨ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਮੁੱਚੀਆਂ ਸੰਗਤਾਂ ਵੱਲੋਂ। ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਭਾਗੋ